ਸਾਰਿਆਂ ਜੈਮਸਿਕੀ ਤੁਹਾਡਾ ਇੱਕ ਵਾਰੀ ਫਿਰ ਜ਼ਬੂਰ ਜ਼ੋਨ ਸੈਮਸਨ ਪੰਜਾਬੀ ਵਿੱਚ ਸਵਾਗਤ ਹੈ। ਅਸੀਂ ਫੋਕਸ ਕਰ ਰਹੇ ਹਾਂ ਦਾਊਦ ਦੇ ਜ਼ਬੂਰਾਂ ਤੇ ਅੱਜ ਦਾ ਸਾਡਾ ਜ਼ਬੂਰ ਜਿੱਤੇ ਅਸੀਂ ਫੋਕਸ ਕਰ ਰਹੇ ਹਾਂ ਜ਼ਬੂਰ 36 ਤੇ ਅਸੀਂ ਉਹਦੇ ਤੇ ਗੌਰ ਕਰਨ ਤੋਂ ਪਹਿਲਾਂ ਮੈਂ ਚਾਹੂੰਗੀ ਕਿ ਮੈਂ ਰਿਕੁਐਸਟ ਕਰੂੰਗੀ ਜੋਸ਼ੂਆ ਜੀ ਨੂੰ ਕਿ ਉਹ ਸਾਨੂੰ ਪ੍ਰੇਅਰ ਦੇ ਵਿੱਚ ਲੈ ਕੇ ਜਾਣ। ਆਈਏ ਅਸੀਂ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ 'ਚ ਲੈ ਕੇ ਚਲੀਏ। खुदावन तेरा शुक्र करते हैं दिन भर की हिफाजत निगहबानी दे लई और इस मौके दे लई जो साडी जिंदगी सानू दिता। अज जद कि खुदावन असी ज़बूर 36 नू पढ़ रहे हैं खुदावन, और जो भी जो खादम खुदावन इस दे उत्ते बोलदे ने सानू दसदे ने उस नू अपनी जिंदगी दे विच लैके चलण वाले होइए। तमाम सुनने वालियां दे नाल हो, उन्हां नू भी आशीष ते बरकत दे, सब दे नाल हो। तेरे बेटे यीशु ने मंगदे हैं, सुन ते कबूल कर, आमीन। ਤੇ ਹੁਣ ਮੈਂ ਰਿਕੁਐਸਟ ਕਰੂੰਗੀ ਕਾਸ਼ਿਫ ਜੀ ਨੂੰ ਕਿ ਉਹ ਸਾਨੂੰ ਇਸ ਜ਼ਬੂਰ ਦੀ ओरिजिनल ਜਿਹੜੀ ਟਿਊਨ ਹੈਗੀ ਹੈ ਉਹ ਸੁਣਾਉਣ। ਜੈ ਮਸੀਹ ਦੀ ਸਾਰਿਆਂ ਨੂੰ। ਥੈਂਕ ਯੂ ਰਬਿੰਦਰ। ਜ਼ਬੂਰ 36 ਇਹਦੇ ਦੋ ਹਿੱਸੇ ਨੇ। ਪਹਿਲਾ ਹਿੱਸਾ ਮੇਰਾ ਦਿਲ ਸੋਚ ਕਰਦਾ ਹੈ ਸ਼ਰੀਰਾਂ ਦੀ ਸ਼ਰਾਰਤ ਪਰ, ਨਾ ਰੱਖਦਾ ਅੱਖੀਆਂ ਦੇ ਸਾਹਮਣੇ ਕੁਝ ਵੀ ਜੋ ਖੁਦਾ ਦਾ ਡਰ। ਇਸ ਦੀ ਟਿਊਨ ਜਿਹੜੀ ਕਿ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ 1908 ਦਾ ਜਿਹੜਾ ਵਰਜਨ ਆ ਉਹਦੇ ਛਪੀ ਸੀ, ਉਹਦੇ ਤੋਂ ਮੈਂ ਤਿਆਰ ਕਰਕੇ ਤੇ ਗਾ ਰਿਹਾ। मेरा दिल सोच करदा है शरीरां दी शरारत पर, ना रख दे अखियां दे सामने कुछ भी जो खुदा दा डर। मेरा दिल सोच करदा है शरीरां दी शरारत पर, ना रख दे अखियां दे सामने कुछ भी जो खुदा दा डर। वो कहंदा है मेरे जेहा नहीं है नेक कोई भी, जो करदा मैं बदी छुप के कदी भी ओ न खुलेगी। मेरा दिल सोच करदा है शरीरां दी शरारत पर, न रख दे अखियां दे सामने कुछ भी जो खुदा दा डर। आमीन आमीन। ਥੈਂਕ ਯੂ ਕਾਸ਼ਿਫ ਜੀ ਸਾਨੂੰ ਕੰਪੋਜੀਸ਼ਨ ਸੁਣਾਉਣ ਲਈ। ਤੇ ਹੁਣ ਮੈਂ ਰਿਕੁਐਸਟ ਕਰੂੰਗੀ ਜੋਤੀ ਜੀ ਨੂੰ ਤੇ ਜੋਸ਼ੂਆ ਜੀ ਨੂੰ ਕਿ ਉਹ ਸਾਨੂੰ 36 ਜ਼ਬੂਰ ਪੰਜਾਬੀ ਦੇ ਵਿੱਚ ਪੜ੍ਹ ਕੇ ਸੁਣਾਉਣ। ਸਾਰਿਆਂ ਨੂੰ ਜੈ ਮਸੀਹ ਦੀ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਪ੍ਰਭੂ ਯਿਸੂ ਦੀ ਅਸੀਂ ਵਿਡਾਈ ਕਰਦੇ ਹਾਂ ਕਿ ਖੁਦਾਵੰਦ ਨੇ ਸਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਿਆ ਔਰ ਸਾਰੇ ਜੀਆਂ ਨੂੰ ਇੱਕ ਵਾਰ ਫੇਰ ਸਾਨੂੰ ਮੌਕਾ ਦਿੱਤਾ ਆ ਇਸ ਪੂਰੇ ਗਰੁੱਪ ਨੂੰ ਕਿ ਅਸੀਂ ਤੁਹਾਡੇ ਲਈ ਜ਼ਬੂਰ ਲੈ ਕੇ ਹਾਜ਼ਰ ਹੋਈਏ। ਅੱਜ ਅਸੀਂ ਜਾਵਾਂਗੇ ਜ਼ਬੂਰ 36 ਦੇ ਵਿੱਚ, ਜਿਸ ਦਾ ਮੇਨ ਟਾਈਟਲ ਹੈ ਮਨੁੱਖ ਦੀ ਦੁਸ਼ਟਤਾ। ਸੰਗੀਤ ਦਲ ਦੇ ਆਗੂ ਲਈ ਪ੍ਰਭੂ ਦੇ ਦਾਸ ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਦੁਸ਼ਟ ਦੇ ਮਨ ਵਿੱਚੋਂ ਅਪਰਾਧ ਦੀ ਆਵਾਜ਼ ਗੂੰਜਦੀ ਹੈ, ਉਸ ਦੀਆਂ ਅੱਖਾਂ ਵਿੱਚ ਪਰਮੇਸ਼ਰ ਦਾ ਭੈ ਨਹੀਂ ਹੈ। ਆਇਤ ਨੰਬਰ 2, ਕਿਉਂ ਜੋ ਉਹ ਆਪਣੀਆਂ ਅੱਖੀਆਂ ਵਿੱਚ ਆਪਣੇ ਆਪ ਨੂੰ ਫੁਸਲਾਉਂਦਾ ਹੈ, ਭਾਈ ਮੇਰੀ ਬਦੀ ਭਾਲੀ ਨਾ ਜਾਵੇਗੀ, ਨਾ ਖਿਣਾਉਣੀ ਸਮਝੀ ਜਾਵੇਗੀ। ਆਇਤ ਨੰਬਰ 3, ਉਸ ਦੇ ਮੂੰਹ ਦੇ ਸ਼ਬਦ ਬਦੀ ਅਤੇ ਧੋਖੇ ਨਾਲ ਭਰੇ ਹਨ, ਉਹ ਨਾ ਸਮਝ ਬਣ ਚੁੱਕਾ ਹੈ ਅਤੇ ਉਸਨੇ ਭਲਾਈ ਕਰਨੀ ਛੱਡ ਦਿੱਤੀ ਹੈ। ਆਇਤ ਨੰਬਰ 4, ਉਹ ਆਪਣੇ ਮੰਜੇ ਉੱਤੇ ਬਦੀ ਨੂੰ ਸੋਚਦਾ ਰਹਿੰਦਾ ਹੈ, ਉਹ ਭੈੜੇ ਰਾਹ ਉੱਤੇ ਲੱਗ ਤੁਰਦਾ ਹੈ, ਉਹ ਬਦੀ ਤੋਂ ਘਿਣ ਨਹੀਂ ਕਰਦਾ। ਆਇਤ ਨੰਬਰ 5 ਤੋਂ ਇਸ ਜ਼ਬੂਰ ਦਾ ਦੂਸਰਾ ਹਿੱਸਾ ਸ਼ੁਰੂ ਹੁੰਦਾ ਹੈ, ਜਿਸ ਦਾ ਮੇਨ ਟਾਈਟਲ ਹੈ ਪਰਮੇਸ਼ਵਰ ਦੀ ਭਲਾਈ। ਮੈਂ ਇਸ ਦੀ 5 ਆਇਤ ਪੜਾਂਗੀ। हे ਪ੍ਰਭੂ, ਤੇਰੀ ਦਇਆ ਨਾਲ ਸਵਰਗ ਭਰਪੂਰ ਹੈ, ਤੇਰੀ ਸਚਾਈ ਆਕਾਸ਼ਾਂ ਤੱਕ ਪਹੁੰਚੀ ਹੈ। ਆਇਤ ਨੰਬਰ 6, ਤੇਰਾ ਧਰਮ ਪਰਮੇਸ਼ਵਰ ਦੇ ਪਰਬਤਾਂ ਸਮਾਨ ਹੈ, ਤੇਰੇ ਨਿਆਂ ਵੱਡੀ ਡੂੰਘਾਈ ਵਾਲੇ ਹਨ। हे ਯਹੋਵਾ, ਤੂੰ ਆਦਮੀ ਅਤੇ ਡੰਗਰ ਨੂੰ ਬਚਾਉਂਦਾ ਹੈ। ਆਇਤ ਨੰਬਰ 7, हे परमेश्वर, तेरा प्यार कितना बहुमूल्य है,
ਮਨੁੱਖ ਤੇਰੇ ਪਰਾਂ ਦੀ ਛਾਂ ਹੇਠ ਹੀ ਸ਼ਰਨ ਲੈਂਦਾ ਹੈ। ਆਇਤ ਨੰਬਰ 8, ਉਹ ਤੇਰੇ ਘਰ ਦੀ ਚਿਕਨਾਈ ਨਾਲ ਰੱਜ ਜਾਣਗੇ ਅਤੇ ਤੂੰ ਆਪਣੇ ਲਿਬਾਸਾਂ ਦੀ ਨਦੀ ਤੋਂ ਉਹਨਾਂ ਨੂੰ ਪਿਲਾਏਂਗਾ। ਆਇਤ ਨੰਬਰ 9, ਤੂੰ ਜੀਵਨ ਦਾ ਸੋਮਾ ਹੈ, ਤੇਰੇ ਪ੍ਰਕਾਸ਼ ਤੋਂ ਹੀ ਸਾਨੂੰ ਪ੍ਰਕਾਸ਼ ਮਿਲਦਾ ਹੈ। ਆਇਤ ਨੰਬਰ 10, ਆਪਣੇ ਮੰਨਣ ਵਾਲਿਆਂ ਦੇ ਲਈ ਆਪਣੀ ਦਇਆ ਅਤੇ ਸਿੱਧੇ ਮਨ ਵਾਲਿਆਂ ਦੇ ਲਈ ਆਪਣਾ ਧਰਮ ਵਧਾਈ ਜਾ। ਆਇਤ ਨੰਬਰ 11, ਹੰਕਾਰੀ ਦਾ ਪੈਰ ਮੇਰੇ ਉੱਤੇ ਨਾ ਪੈਣ ਦੇ ਅਤੇ ਦੁਸ਼ਟ ਨੂੰ ਮੈਨੂੰ ਪਿੱਛੇ ਧਕੇਲਣ ਨਾ ਦੇ। ਆਇਤ ਨੰਬਰ 12, ਉੱਥੇ ਬਦਕਾਰ ਡਿੱਗ ਪਏ ਹਨ, ਉਹ ਹੇਠਾਂ ਧੱਕੇ ਗਏ ਹਨ ਅਤੇ ਫਿਰ ਨਾ ਉੱਠ ਸਕਣਗੇ। ਖੁਦਾ ਦੀ ਬਰਕਤ ਉਹਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਹੋਵੇ। ਆਮੀਨ। ਆਮੀਨ। ਥੈਂਕ ਯੂ ਜੋਤੀ ਜੀ, ਥੈਂਕ ਯੂ ਜੋਸ਼ua ਜੀ ਸਾਨੂੰ ਇਹ ਵਚਨ ਪੰਜਾਬੀ ਜ਼ੁਬਾਨ ਦੇ ਵਿੱਚ ਪੜ੍ਹ ਕੇ ਸੁਣਾਉਣ ਵਾਸਤੇ। ਤੇ ਹੁਣ ਸਮਾਂ ਹੈ ਰਿਫਲੈਕਸ਼ਨ ਦਾ, ਤੇ ਮੈਂ ਰਿਕੁਐਸਟ ਕਰੂੰਗੀ ਡਾਕਟਰ ਐਰਿਕ ਸਰਵਰ ਜੀ ਨੂੰ ਕਿ ਉਹ ਸਾਨੂੰ ਇਸ ਦੇ ਵਚਨ ਸੁਣਾਉਣ। बहुत बहुत शुक्रिया जी। जय मसीह दी सलाम और मसीह यस्सू दी सलामती और ਉਹਦਾ ਇਤਮਾਨਾਨ ਤੁਹਾਡੇ ਸਾਰਿਆਂ ਦੇ ਨਾਲ ਹੁੰਦਾ ਰਹੇ। ਜਿੰਨੇ ਲੋਕੀ ਅੱਜ ਫੇਰ ਸਾਡੇ ਨਾਲ ਜੁੜੇ ਨੇ ਵਰਚੁਅਲੀ ਔਰ ਜਿਹੜੇ ਮੌਜੂਦ ਨੇ, ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਹਾਂ। ਤੁਸੀਂ ਸਾਡੇ ਨਾਲ ਜਿਹੜਾ ਜਰਨੀ ਹੈ, ਸਫ਼ਰ ਹੈ ਜਿਹੜਾ ਦਾਊਦ ਦੇ ਜ਼ਬੂਰਾਂ ਦਾ, ਉਹਦੇ ਤੱਕ ਅਸੀਂ ਪਹੁੰਚ ਗਏ ਹਾਂ। ਔਰ ਮੈਂ ਜਦੋਂ ਕਦੀ ਅੱਜ ਮੈਂ ਵੇਖਣ ਡਿਆ ਹਾਂ ਕਿ ਸਿਰਫ 5 ਜ਼ਬੂਰ ਹੋਰ ਰਹਿ ਗਏ ਨੇ, ਅਸਾਂ ਜ਼ਬੂਰ 41 ਤੇ ਪਹੁੰਚ ਜਾਣਾ ਵੇ ਤੇ ਪਹਿਲੀ ਕਿਤਾਬ ਅਸਾਂ ਖਤਮ। ਇਹਦਾ ਮਤਲਬ ਹੈ ਕਿ ਅਸੀਂ 3 ਕਿਤਾਬਾਂ ਖਤਮ ਕਰ ਚੁੱਕੇ ਹਾਂ ਪੈਂਡੈਮਿਕ ਦੇ ਵਿੱਚ। ਅੱਗੋਂ ਫਿਰ ਅਸੀਂ ਜਾਵਾਂਗੇ ਜਿਹੜੇ ਦਾਊਦ ਦੇ ਜ਼ਬੂਰ, ਜਿਹੜੇ ਚੁਨੀਦਾ, ਇਹ ਤਾਂ ਪੂਰੀ ਕਿਤਾਬ ਹੀ ਪਹਿਲੀ ਦਾਊਦ ਦੇ ਜ਼ਬੂਰਾਂ ਦੀ ਹੀ, ਲੇਕਿਨ ਅੱਗੇ ਜਾ ਕੇ ਜਿਹੜੀ ਚੌਥੀ ਔਰ ਪੰਜਵੀਂ ਚੌਥੀ ਤੇ ਪੰਜਵੀਂ ਜਿਹੜੀ ਕਿਤਾਬ ਹੈ, ਉਹਦੇ ਵਿੱਚ ਵੀ ਕਈ ਸਕੇਟਡ ਜ਼ਬੂਰ ਨੇ ਜਿਹਨਾਂ ਦਾ ਦਾਊਦ ਦਾ ਨਾਮ ਹੈ। ਸੋ ਅਸੀਂ ਜਦੋਂ ਦਾਊਦ ਦੇ ਜ਼ਬੂਰਾਂ ਨੂੰ ਖੁਦਾਵੰਦ ਨੇ ਚਾਹਿਆ ਤੇ ਆਈ ਹੋਪ ਕਿ ਵਿਦਨ ਨੈਕਸਟ 2 or 3 months ਵੀ ਆਰ ਗੋਇੰਗ ਟੂ ਫਿਨਿਸ਼ ਡੇਵਿਡ ਸਾਮਸ। ਜਿਵੇਂ ਮੈਂ ਪਹਿਲਾਂ ਕਈ ਵਾਰ ਦੱਸ ਚੁੱਕਿਆ ਵਾਂ ਕਿ ਬਾਈਬਲ ਮੁਕੱਦਸ ਦੇ ਵਿੱਚ ਜ਼ਬੂਰ ਦੀ ਕਿਤਾਬ ਜਿਹੜੀ ਹੈ, ਜਿਹੜਾ ਪੁਰਾਣਾ ਐਹਦਨਾਮਾ ਜਿਹੜਾ ਹਿਬਰੂ ਬਾਈਬਲ ਸੀ, ਉਹਦੇ 3 ਵੱਡੇ ਹਿੱਸੇ ਸਨ, ਜਿਹਦੇ ਵਿੱਚ ਤੌਰਾ ਯਾਨੀ ਪਹਿਲੀਆਂ 5 ਕਿਤਾਬਾਂ, ਮੂਸਾ ਦੀ ਤੌਰਾਤ, ਉਹਦੇ ਬਾਅਦ ਸਹਾਇਫੇ ਅੰਬੀਆ ਜਿਹੜੇ ਯਸ਼ੂਆ ਤੋਂ ਸ਼ੁਰੂ ਹੋ ਕੇ ਤੇ ਆਉਂਦੇ ਹਨ ਆਪਣਾ ਤਵਾਰੀਖ ਦੀ ਕਿਤਾਬ ਤੋਂ ਬਾਅਦ ਫਿਰ ਮੇਜਰ ਮਾਈਨਰ ਪ੍ਰੋਫਿਟ ਵੀ ਐਡ ਹੁੰਦੇ ਹਨ। ਔਰ ਤੀਸਰਾ ਸੈਕਸ਼ਨ ਸੀ ਜਿਹਨੂੰ ਅਸੀਂ ਨਬੀਮ ਜਾਂ ਕਤਬੀਮ, ਦ ਬੁੱਕ ਆਫ ਵਿਜ਼ਡਮ ਜਿਹਨੂੰ ਕਿਹਾ ਜਾਂਦਾ ਸੀ। ਜ਼ਬੂਰ ਦੀ ਕਿਤਾਬ ਜਿਹੜੀ ਹੈ, ਦੈਟ ਇਜ਼ ਬੁੱਕ ਆਫ ਵਿਜ਼ਡਮ ਪਾਰਟ ਆਫ। ਇਸ ਲਈ ਜ਼ਬੂਰ ਦੇ ਨਾਂ ਤੇ ਪੂਰਾ ਪੋਇਟਿਕ ਸੈਕਸ਼ਨ ਜਿਹੜਾ ਵੀ ਉਹ ਜ਼ਬੂਰ ਦੇ ਨਾਂ ਤੇ ਵੇ। ਔਰ ਅੱਗੋਂ ਫਿਰ ਜ਼ਬੂਰ ਦੀ ਕਿਤਾਬ ਜਿਹੜੀ ਹੈ ਉਹ ਵੀ 5 ਕਿਤਾਬਾਂ ਤੇ ਵੰਡੀ ਹੋਈ ਹੈ। ਪਹਿਲੀ ਕਿਤਾਬ, ਦੂਜੀ ਕਿਤਾਬ, ਤੀਸਰੀ, ਚੌਥੀ ਤੇ ਪੰਜਵੀਂ ਕਿਤਾਬ। ਇਸੇ ਲਈ ਜ਼ਬੂਰ ਦੀ ਕਿਤਾਬ ਨੂੰ ਪੋਇਟਿਕ ਤੌਰਾ ਕਿਹਾ ਜਾਂਦਾ ਵੇ। ਯਾਨੀ ਇੱਕ ਤੇ ਤੌਰਾਤ ਜਿਹੜੀਆਂ 5 ਕਿਤਾਬਾਂ ਮੂਸਾ ਦਿੱਤੀਆਂ, ਲੇਕਿਨ ਰੈਬਾਈਜ਼ ਨੇ ਜਦੋਂ ਉਹ ਵਾਪਸ ਆਏ ਨੇ ਬਾਬਲੀ ਅਸੀਰੀ ਤੋਂ, ਤੇ ਉਹਨਾਂ ਨੇ ਇਹ ਫਿਰ ਜਦੋਂ ਕਿਤਾਬ ਇਹਨੂੰ ਜਦੋਂ ਤਦਵੀਨ ਕੀਤਾ, ਐਡਿਟ ਕੀਤਾ ਵੇ, ਜਦੋਂ ਉਹਨੂੰ ਕੰਪਾਈਲ ਕੀਤਾ ਵੇ, ਤੇ ਉਹਨਾਂ ਇਹਨੂੰ ਤੌਰਾਤ ਦੀਆਂ ਪਹਿਲੀਆਂ 5 ਕਿਤਾਬਾਂ ਦੇ ਪੈਰਲਲ ਇਹਨੂੰ ਰੱਖ ਕੇ ਤੇ 5 ਹਿੱਸੇ ਦੇ ਬਣਾਏ ਸਨ। ਸੋ ਅਸੀਂ ਪਹਿਲਾ ਹਿੱਸਾ ਜਿਹੜਾ ਕਿ ਪ੍ਰਾਇਮਰੀਲੀ ਸਕਾਲਰਸ ਇਸ ਗੱਲ ਤੇ ਐਗਰੀ ਨੇ ਕਿ ਇਹ ਜ਼ਬੂਰ ਦਾ ਦਾਊਦ ਦੇ ਲਿਖੇ ਹੋਏ ਜ਼ਬੂਰ ਨੇ, ਉਹਦੇ ਤੋਂ ਐਟਰੀਬਿਊਟ ਕੀਤੇ ਜਾਂਦੇ ਨੇ। ਜ਼ਬੂਰ 36 ਜਿਹੜਾ ਹੈ ਉਹ ਵੀ ਉਹਨਾਂ ਮਜ਼ਾਮੀਰ ਦੇ ਵਿੱਚੋਂ ਇੱਕ ਹੈ। ਔਰ ਜਿਵੇਂ ਅਸੀਂ ਬਾਜ਼ ਔਕਾਤ ਗੱਲ ਕਰਨਾ ਜੀ ਕਿ ਇਟਸ ਅ ਲਿਰਿਕਲ ਪੋਇਟਰੀ, ਇਹਦਾ ਮਤਲਬ ਹੈ ਜ਼ਬੂਰ ਦੀ ਕਿਤਾਬ ਦਾ ਇਬਰਾਨੀ ਓਰੀਜਨਲ ਨਾਮ ਹੈ ਸਫੇਰ ਤਹਲੀਮ, ਯਾਨੀ ਐਸੀ ਕਿਤਾਬ, ਐਸੀ ਸ਼ਾਇਰੀ, ਆ ਲਿਰਿਕਲ ਪੋਇਟਰੀ ਜਿਹੜੀ ਤਾਰਦਾਰ ਸਾਜ਼ਾਂ ਨਾਲ ਗਾਈ ਜਾਏ। ਕੋਈ ਨਜ਼ਮਾਂ ਹੁੰਦੀਆਂ ਨੇ, ਕੋਈ ਦੋੜੇ ਹੁੰਦੇ ਨੇ, ਕੋਈ ਕਾਫੀ ਹੁੰਦੀ ਹੈ, ਕੋਈ ਆਪਣਾ ਸੂਫੀਆਨਾ ਅੰਗ ਹੁੰਦਾ, ਬਹੁਤ ਸਾਰੇ ਸ਼ਾਇਰੀ ਐਸੀ ਹੁੰਦੀ ਹੈ ਜਿਹੜੀ ਗਾਈ ਨਹੀਂ ਜਾਂਦੀ। ਲੇਕਿਨ ਉਹ ਸ਼ਾਇਰੀ ਜਿਹਦੇ ਬਾਰੇ ਕਿਹਾ ਗਿਆ ਕਿ ਜਿਹੜੀ ਤਾਰਦਾਰ ਸਟ੍ਰਿੰਗ ਇੰਸਟਰੂਮੈਂਟ ਦੇ ਨਾਲ ਗਾਈ ਜਾ ਸਕੇ। ਸੋ ਇਸ ਲਈ ਇਹਨੂੰ ਜ਼ਬੂਰ ਦੀ ਕਿਤਾਬ ਕਿਹਾ ਜਾਂਦਾ ਹੈ। ਸੋ ਅਸੀਂ ਵੇਖਦੇ ਹਾਂ ਜੀ ਜ਼ਬੂਰ ਨੰਬਰ 36 ਦਾ ਸਰਨਾਮਾ ਉਹ ਕੀ ਹੈ ਕਿ ਮੀਰ ਮੁਗੰਨੀ ਕੇ ਲਈ। ਮੀਰ ਮੁਗੰਨੀ ਅਸੀਂ ਇਹਦੇ 'ਤੇ ਬੜਾ ਗੱਲ ਕਰ ਚੁੱਕੇ ਹਾਂ ਕਿ ਬਨੀ ਕੌਰਾ ਦੇ ਘਰਾਣੇ ਦੇ ਵਿੱਚੋਂ ਜਿਹੜੇ ਮਿਊਜ਼ੀਸ਼ੀਅਨ ਸਨ, ਚਾਹੇ ਉਹ ਆਸਫ ਦਾ ਘਰਾਣਾ ਸੀ ਜਾਂ ਰਤੂਨ ਦਾ ਘਰਾਣਾ ਸੀ, ਜਿਹੜੇ ਵੀ ਘਰਾਣੇ ਸਨ, ਉਹਨਾਂ 'ਤੇ ਸਾਡਾ ਪੂਰੇ ਸੈਸ਼ਨ ਨੇ। ਔਰ ਮੇਰੀ ਕਿਤਾਬ ਵੀ ਉਹਦੇ 'ਤੇ ਆਈ ਹੋਈ ਹੈ, ਮੀਰ ਮੁਗੰਨੀ ਜਿਹੜੀ ਹੈ ਫॉर ਦਾ ਮਾਸਟਰ ਮਿਊਜ਼ੀਸ਼ੀਅਨ। ਮੀਰ ਮੁਗੰਨੀ ਉਹ ਉਹਨਾਂ ਲਾਵੀਆਂ ਨੂੰ ਕਿਹਾ ਜਾਂਦਾ ਸੀ ਜਿਨ੍ਹਾਂ ਦੀ ਮੌਸੀਕੀ ਦੀ ਖਿਦਮਤ ਸੀ। ਦਾਊਦ ਨੇ ਉਹਨਾਂ ਨੂੰ ਅਸਾਈਨ ਕੀਤਾ ਸੀ ਔਰ ਸੁਲੇਮਾਨ ਨੇ ਉਹਨਾਂ ਨੂੰ ਦੁਬਾਰਾ ਤੋਂ ਹੈਕਲ ਦੇ ਵਿੱਚ, ਈਵਨ ਜਦੋਂ ਵਾਪਸ ਜਦੋਂ ਆਏ ਨੇ ਬਾਬਲੀ ਸੀਰੀ ਤੋਂ ਬਾਅਦ ਅਜ਼ਰਾ ਨਹਿਮੀਆ ਦੇ ਦੌਰ ਦੇ ਵਿੱਚ ਵੀ, ਉਦੋਂ ਵੀ ਲਾਵੀਆਂ ਦੇ ਘਰਾਣੇ ਦੇ ਜਿਹੜੇ ਮਿਊਜ਼ੀਸ਼ੀਅਨ ਸਨ ਉਹਨਾਂ ਨੂੰ ਲੱਭ ਕੇ ਤੇ ਫਿਰ ਦੁਬਾਰਾ ਕੁਰਬਾਨੀਆਂ ਦਾ ਸਿਸਟਮ ਜਿਹੜਾ ਸੀ ਉਹਨੂੰ ਸ਼ੁਰੂ ਕੀਤਾ ਗਿਆ ਸੀ। ਦੇ ਵਰ ਅਸਾਈਨ, ਪੇਡ ਅਸਾਈਨ ਹਨ, ਉਹਨਾਂ ਨੂੰ ਰੱਖਿਆ ਜਾਂਦਾ ਸੀ। ਦੂਜਾ ਜਿਹੜਾ ਖਿਆਲ ਹੈ ਉਹ ਇਹ ਵੇ ਕਿ ਜ਼ਬੂਰ 36 ਔਰ ਮੀਰ ਮੁਗੰਨੀ ਹੈ ਉਹ ਖੁਦਾ ਨੂੰ ਕਿਹਾ ਗਿਆ ਵੇ। ਹੀ ਇਜ਼ ਦਾ ਚੀਫ ਮਿਊਜ਼ੀਸ਼ੀਅਨ ਜਿਹਨੇ ਪੂਰੀ ਯੂਨੀਵਰਸ ਦੀ ਜਿਹੜੀ ਧੁਨ ਹੈ ਉਹਨੂੰ ਤਰਤੀਬ ਦਿੱਤਾ ਵੇ। ਐਂਡ ਹੀ ਇਜ਼ ਦਾ ਮਾਸਟਰ ਮਿਊਜ਼ੀਸ਼ੀਅਨ ਆਫ ਦਾ ਕਾਸਮਿਕ ਆਰਡਰ, ਜਿਹੜਾ ਖੁਦਾ ਸਾਰੀ ਯੂਨੀਵਰਸ ਨੂੰ ਡਿਕਲੇਅਰ ਕਰਦਾ ਵੇ। ਅੱਛਾ,
ਦੂਜਾ ਜਿਹੜਾ ਚੀਜ਼ ਇਹਦੇ ਵਿੱਚ ਇਹ ਤੁਹਾਨੂੰ ਨੋਟ ਕੀਤੀ ਹੋਣੀ ਹੈ, ਦਾਊਦ ਦਾ ਟਾਈਟਲ ਜਿਹੜਾ ਵੇ, ਦਾਊਦ ਨੇ ਵੇਖੋ ਆਪਣੇ ਆਪ ਨੂੰ ਬਨੀ ਇਸਰਾਇਲ ਦਾ ਬਾਦਸ਼ਾਹ, ਰੈਵਰੈਂਡ, ਡਾਕਟਰ ਤੇ ਫਲਾਣਾ ਸੋ ਐਂਡ ਸੋ ਉਹਨੇ ਪੇਸ਼ ਨਹੀਂ ਕੀਤਾ, ਬਲਕਿ ਉਹਨੇ ਕੀ ਕਿਹਾ ਵੇ, ਖੁਦਾਵੰਦ ਕੇ ਬੰਦੇ ਦਾਊਦ ਕਾ ਮਜ਼ਮੂਰ, ਦ ਸਰਵੈਂਟ ਆਫ ਦ ਲਾਰਡ। ਸੋ ਦੈਟਸ ਇੰਟਰਸਟਿੰਗ। ਅਸੀਂ ਬਾਜ਼ ਔਕਾਤ ਜਿਹੜੀ ਦੁਨੀਆ 'ਚ ਰਹਿੰਦੇ ਨਾ, ਇੱਥੇ ਸਾਡੇ ਟਾਈਟਲਸ ਬੜੇ ਮਾਇਨੇ ਰੱਖਦੇ ਨੇ। ਕਿਸੇ ਔਰ ਪਾਦਰੀ ਜਿਹੜੇ ਮੇਰੇ ਵਰਗੇ ਨੇ, ਉਹਨਾਂ ਤੋਂ ਪ੍ਰੋਪਰ ਟਾਈਟਲ ਦਾ ਨਾਂ ਨਾ ਬੁਲਾਓ, ਉਹ ਤਾਂ ਨਾਰਾਜ਼ ਹੋ ਜਾਂਦੇ ਲੋਕਾਂ ਦੇ ਨਾਲ ਕਿ ਜੀ ਮੈਨੂੰ ਪਾਦਰੀ ਸਾਹਿਬ ਕਿਉਂ ਨਹੀਂ ਕਿਹਾ ਗਿਆ, ਜਾਂ ਜਨਾਬ ਮੇਰਾ ਪੂਰਾ ਨਾਂ ਰੈਵਰੈਂਡ ਤੇ ਡਾਕਟਰ, ਤੇ ਭਾਵੇਂ ਪੱਲੇ ਕੁਛ ਨਾ, ਭਾਵੇਂ ਪੈਸੇ ਦੇ ਕੇ ਡਿਗਰੀ ਲਈ ਹੋਏ ਜਾਂ ਝੂਠੀ ਭਾਵੇਂ ਲਈ ਹੋਏ, ਠੀਕ ਹੈ। ਔਰ ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਇੰਝ ਦਾ ਕੰਮ ਬਹੁਤ ਹੈ ਨਾ ਕਿ ਅਸੀਂ ਨਿੱਕੀ ਜਿਹੀ ਗੱਲ ਤੋਂ ਤਿਲਕ ਪੈਂਦੇ, ਰੜ ਪੈਂਦੇ, ਜੀ ਮੈਨੂੰ ਅੱਗੇ ਕਿਉਂ ਨਹੀਂ ਪਾਇਆ ਗਿਆ, ਲਓ ਜੀ ਮੇਰੇ ਵਾਸਤੇ ਕੁਰਸੀ ਨਹੀਂ ਰੱਖੀ ਗਈ, ਲਓ ਜੀ ਮੈਨੂੰ ਫਲਾਣਾ ਸ਼ੈ ਨਹੀਂ ਮਿਲੀ, ਮੈਨੂੰ ਟਮਕਾਣੀ ਸ਼ੈ ਨਹੀਂ ਮਿਲੀ। ਸੋ ਦਾਊਦ ਦਾ ਟਾਈਟਲ ਜਿਹੜਾ ਵੇ ਇੱਥੇ, ਇਟ ਸ਼ੋਜ਼ ਕਿ ਹੀ ਇੰਟਰੋਡਿਊਸਡ, ਜਾਂ ਜਿੰਨੇ ਵੀ ਜਦੋਂ ਉਹਨੇ ਇਸ ਜ਼ਬੂਰ ਨੂੰ ਲਿਖਿਆ ਵੇ ਜਾਂ ਕੰਪੋਜ਼ ਕਰਕੇ ਦੇ ਵਿੱਚ ਰੱਖਿਆ ਵੇ, ਹੀ ਗੋਜ਼ ਫॉर ਦ ਡਿਊਟੀ ਨਾਟ ਐਜ਼ ਅ ਵੈਨਰੇਟਡ ਡਿਗਨੀਫਾਈਡ title by the king. Everybody know he's a king, everybody know he was a warrior, everybody know he was, ਜਿਹਦੇ ਬਾਰੇ ਕਿਹਾ ਗਿਆ ਵੇ ਕਿ ਇਸਰਾਇਲ ਕਾ ਸ਼ੀਰੀਨ ਨਗਮਾ ਸਾਜ਼, a sweet psalmist of the Israel, ਦਾਊਦ ਦੇ ਬਾਰੇ ਕਿਹਾ ਗਿਆ ਟਾਈਟਲ ਜਿਹੜੇ ਮਿਲੇ ਨੇ ਦਾਊਦ ਨੂੰ। ਲੇਕਿਨ ਇੱਥੇ ਜਿਹੜਾ ਪਾਵਰਫੁਲ ਟਾਈਟਲ ਹੈ ਉਹ ਕੀ ਹੈ, ਖੁਦਾਵੰਦ ਕੇ ਬੰਦਾ, ਦ ਸਰਵੈਂਟ ਆਫ ਦ ਲਾਰਡ। ਆਪਣੇ ਆਪ ਨੂੰ ਉਹ ਆਪਣੀ ਡਿਊਟੀ ਤੋਂ ਆਪਣੇ ਆਪ ਨੂੰ ਪੇਸ਼ ਕਰਦਾ ਵੇ। ਸੋ ਇਹਦੇ ਬਾਰੇ 'ਚ ਦ ਸੇਮ ਟਾਈਟਲ ਦਾਊਦ ਦੇ ਇੱਕ ਹੋਰ ਜ਼ਬੂਰ 'ਤੇ ਆਇਆ ਵੇ, ਜ਼ਬੂਰ ਨੰਬਰ 18 ਦੇ ਉੱਤੇ। ਤੁਸੀਂ ਅਗਰ ਜ਼ਬੂਰ ਨੰਬਰ 18 ਦਾ ਸਰਨਾਮਾ ਪੜ੍ਹੋਗੇ, ਉੱਥੇ ਵੀ ਦਾਊਦ ਨੇ ਸੇਮ ਟਾਈਟਲ ਜਿਹੜਾ ਵੇ ਉਹਦੇ ਬਾਰੇ ਲਿਖਿਆ ਗਿਆ ਵੇ। ਜ਼ਬੂਰ 18 ਦੇ ਉੱਤੇ ਲਿਖਿਆ ਵੇ, मीर मुगन्नी के लिए खुदावंद के बंदा दाऊद का मजमूर। अगेन सो ਇਹ ਦੋ ਜ਼ਬੂਰ ਨੇ ਜਿਨ੍ਹਾਂ ਦੇ ਉੱਤੇ ਖੁਦਾਵੰਦ ਕੇ ਬੰਦਾ, ਸਰਵੈਂਟ ਆਫ ਦ ਲਾਰਡ, ਡੇਵਿਡ, ਸਾਮ ਆਫ ਡੇਵਿਡ, ਦ ਸਰਵੈਂਟ ਆਫ ਦ ਲਾਰਡ। ਸੋ ਮੈਂ ਸਮਝਦਾ ਕਿ ਮੈਨੂੰ ਹੁਣ ਬੜੇ ਲੋਕੀ ਨਾ ਜਦੋਂ ਮੈਂ ਪੁੱਛਦੇ ਨਾ, ਕਿਉਂਕਿ ਅਸੀਂ ਉਸ ਦੁਨੀਆ 'ਚ ਰਹਿੰਦੇ ਜਿੱਥੇ ਲੋਕੀ ਤੁਹਾਨੂੰ ਬਹੁਤਾ ਨਹੀਂ ਜਾਣਦੇ, ਅਸੀਂ ਚੂੰਕਿ ਗਲੋਬਲ ਕੰਟੈਕਟ ਨੂੰ ਗਲੋਬਲ ਲੈਵਲ ਤੋਂ ਰੀਚ ਆਊਟ ਕਰਨਾ। ਅੱਜ ਸਵੇਰੇ ਵੀ 7:30 ਵਜੇ 7:30 ਸਨ, ਅਤੇ ਬਾਕੀ ਤਕਰੀਬਨ ਹੋਰ ਅਮਰੀਕਾ ਦੇ ਮੁਖਤਲਿਫ ਸ਼ਹਿਰਾਂ ਦੇ ਵਿੱਚ, ਸਟੇਟ ਦੇ ਵਿੱਚ ਤਕਰੀਬਨ 11:30 ਵਜੇ ਮੈਂ ਇੱਕ ਮਿਸ਼ਨਰੀਆਂ ਦੇ ਗਰੁੱਪ ਦੇ ਨਾਲ ਮੇਰਾ ਲੈਕਚਰ ਸੀ ਅੰਡਰਸਟੈਂਡਿੰਗ ਮੁਸਲਿਮ ਕੰਟੈਕਸ ਦੇ ਉੱਤੇ। ਅਤੇ ਉਹ ਮੇਰਾ ਉਹਨਾਂ ਕਿਹਾ ਜੀ ਤਾਰਫ ਸਾਨੂੰ ਪਹਿਲਾਂ ਕਰ ਲਓ, ਜੇ ਉਹ ਉਸ ਦਾ ਹੁਣ ਮੇਰਾ ਤਾਰਫ ਹੁਣ ਐਡਾ 20-25 ਸਾਲ ਦੀ ਮਿਨਿਸਟਰੀ ਉੱਤੋਂ ਅਕੈਡੈਮਿਕ ਨੇ ਜ਼ਿਆਦਾ ਪਿੱਛੇ ਟਾਈਟਲਸ ਨੇ, ਉਹ ਮੈਂ ਉਹਨਾਂ ਨੂੰ ਕਿਹਾ ਜੀ ਕਿ ਸਿਰਫ ਇੰਨਾ ਹੀ ਬੜਾ ਲਫ਼ਜ਼ ਦੱਸ ਦਿਓ ਕਿ ਜੀ ਐਰਿਕ ਸਰਵਰ ਜਾਂ ਰੈਵਰੈਂਡ ਅਗਰ ਤੁਹਾਨੂੰ ਕਹਿਣਾ ਤਾਂ ਕਹਿ ਦਿਓ, ਔਰ ਹੀ ਇਜ਼ ਅ ਪੈਸਟਰ, ਦੈਟਸ ਇਟ। ਬਾਕੀ ਪਿੱਛੇ ਜਾਣ ਦੀ ਕੋਈ ਲੋੜ ਨਹੀਂ, ਕੀ ਕੀਤਾ ਕੀ ਨਹੀਂ ਕੀਤਾ, ਐਡਾ ਲੰਮਾ ਲਫਾਫਾ ਬਣਾਉਣ ਦੀ ਕੋਈ ਲੋੜ ਨਹੀਂ। ਸੋ ਕਾਈਂਡ ਆਫ ਮਤਲਬ ਹੈ ਵੀ ਕਹਿਣ ਦਾ ਕਿ ਅਸੀਂ ਹਿਊਮਨ ਹੁੰਦਿਆਂ ਹੋਇਆਂ ਜਿੰਨੇ ਚਿਰ ਤੱਕ ਸਾਡੇ ਨਾਂ ਦੇ ਨਾਲ ਕੋਈ ਟਾਈਟਲ, ਕੋਈ ਬੜੀ ਵੱਡੀ ਡਿਗਰੀ, ਕੋਈ ਪ੍ਰੋਪਰ ਪਿੱਛੇ ਇੰਟਰੋਡਕਸ਼ਨ ਨਾ ਹੋਏ, ਸਾਨੂੰ ਲੱਗਦਾ ਵੇ ਕਿ ਸ਼ਾਇਦ ਮੇਰੀ ਆਇਡੈਂਟੀਟੀ ਕਿਤੇ ਗਵਾਚ ਗਈ ਹੈ, ਕਿਉਂਕਿ ਸ਼ਾਇਦ ਖੁਦਾ ਦਾ ਖਾਦਮ ਹੋਣਾ ਐਡੀ ਵੱਡੀ ਆਇਡੈਂਟੀਟੀ ਅਸੀਂ ਨਹੀਂ ਸਮਝਦੇ। ਬਟ ਦੈਟਸ ਵਾਟ ਡੇਵਿਡ ਐਕਚੁਅਲੀ ਐਕਸਪ੍ਰੈਸਿੰਗ, ਔਰ ਜਿੰਨਾ ਵੀ ਇਹ ਜ਼ਬੂਰ ਨੂੰ ਜਦੋਂ ਲਿਖਿਆ ਵੇ। ਓਕੇ ਜੀ, ਸੋ ਦਾਊਦ ਦਾ ਮਜ਼ਮੂਰ ਹੈ ਜੀ, ਔਰ ਇਹ ਜ਼ਬੂਰ ਜਿਹੜਾ ਵੇ ਬੜਾ ਪਾਵਰਫੁਲ ਜ਼ਬੂਰ ਹੈ, ਕਿਉਂਕਿ ਇਹਦੀਆਂ ਕੁਛ ਆਇਤਾਂ ਐਸੀਆਂ ਨੇ, ਖਾਸ ਤੌਰ 'ਤੇ ਇਹਦੀ 9ਵੀਂ ਆਇਤ ਜਿਹੜੀ ਹੈ ਉਹ ਕੋਲੰਬੀਆ ਯੂਨੀਵਰਸਿਟੀ ਦੀ ਜਿਹੜਾ ਮੋਟੋ ਵੇ, ਜਿਹੜੀ ਸੀਲ ਹੈ, ਉਹਦਾ ਹਿੱਸਾ ਵੇ। ਅਸੀਂ ਅੱਗੇ ਜਦੋਂ ਆਵਾਂਗੇ ਮੈਂ ਉਹਦੇ 'ਤੇ ਗੱਲ ਕਰਾਂਗਾ। ਸੋ ਇਹਦਾ ਅਗਰ ਹਿਸਟੋਰੀਕਲ ਅਸੀਂ ਵੇਖੀਏ, ਯੂਸ਼ ਟ੍ਰੈਡੀਸ਼ਨ ਦੇ ਵਿੱਚ ਇਹ ਜ਼ਬੂਰ ਕਿੱਥੇ ਕਿੱਥੇ ਇਸਤੇਮਾਲ ਹੁੰਦਾ ਸੀ। ਜਿਹੜੇ ਸਕਾਲਰਸ ਨੇ ਔਰ ਰਬੈਨਿਕਲ ਟ੍ਰੈਡੀਸ਼ਨ ਜਿਹੜਾ ਵੇ, ਉਹ ਕਹਿੰਦੇ ਨੇ ਜੀ ਕਿ ਖਾਸ ਤੌਰ 'ਤੇ ਜਦੋਂ ਜਿਹੜਾ ਪ੍ਰੇਅਰ ਸਾਈਕਲ ਹੁੰਦਾ ਸੀ ਨਾ ਸਬਤ ਵਾਲੇ ਦਿਨ ਦਾ, ਤੁਹਾਨੂੰ ਯਾਦ ਹੋਏਗਾ ਕਿ ਮੈਂ ਤੁਹਾਨੂੰ ਦੱਸਿਆ ਵੇ ਕਿ ਜੂਇਸ਼ ਵੀਕ ਡੇਜ਼ ਦਾ ਪ੍ਰੇਅਰ ਸਾਈਕਲ ਸੀ, ਔਰ ਸਬਤ ਦਾ 10 ਪ੍ਰੇਅਰਸ ਦਾ ਸਾਈਕਲ ਹੁੰਦਾ ਸੀ। ਜਿਵੇਂ ਤੁਹਾਨੂੰ ਮਿਸਾਲ ਦੇਣਾ ਵਾ, ਜਿਹੜੇ ਲੋਕੀ ਮੁਸਲਿਮ ਇਸਲਾਮੀ ਕੰਟੈਕਸਟ ਤੋਂ ਨੇ, ਸਾਨੂੰ ਪਤਾ ਵੇ ਕਿ 5 ਟਾਈਮ ਦੀ ਨਮਾਜ਼ ਇੱਕ ਦਿਨ ਦੇ ਵਿੱਚ ਹੋਣੀ ਹੈ, ਠੀਕ ਹੈ। ਔਰ ਉਸ 5 ਟਾਈਮ ਦੀ ਨਮਾਜ਼ ਦੇ ਵਿੱਚ ਜਿਹੜਾ ਵੇ ਫਿਕਸ ਰਕਾਤ ਨੇ, ਫਿਕਸ ਆਇਤਾਂ ਨੇ, ਔਰ ਫਿਕਸ ਲਿਟਰਜੀ ਜਿਹੜੀ ਤੁਹਾਨੂੰ ਪੜ੍ਹਨੀ ਹੈ। ਐਂਡ ਜੀ ਜਿਹੜਾ ਰੋਮਨ ਕੈਥੋਲਿਕ ਚਰਚ ਹੈ, ਸਾਡਾ ਐਂਗਲੀਕਨ ਚਰਚ ਹੈ, ਬੁੱਕ ਆਫ ਕਾਮਨ ਪ੍ਰੇਅਰ ਲੈ ਲਓ ਭਾਵੇਂ ਤੁਸੀਂ, ਜਾਂ ਦੂਜਾ ਚਰਚ ਲਓ, ਉਹਨਾਂ ਦੀਆਂ ਵੀ ਜਿਹੜੀਆਂ ਲਿਟਰਜੀ ਹੈ, ਦਾਖਲੇ ਤੋਂ ਲੈ ਕੇ ਲਤੋਰੀਆ ਤੋਂ ਲੈ ਕੇ ਤੇ ਆਪਣਾ ਉਹ ਪੂਰਾ ਹਦੀਆ ਨਜ਼ਰਾਨਾ ਪੂਰਾ ਤੋਂ ਲੈ ਕੇ ਫਿਕਸ ਲਿਟਰਜੀ ਹੈ। ਔਰ ਜਿਹੜਾ ਪ੍ਰੀਸਟ ਹੈ ਉਹਨੇ ਫਿਕਸ ਕਿਤਾਬ ਦੇ ਵਿੱਚੋਂ ਫਿਕਸ ਜੁਮਲੇ ਪੜ੍ਹਨੇ ਨੇ, ਔਰ ਪੂਰੀ ਦੁਨੀਆ ਦੇ ਵਿੱਚ ਉਹ ਹੀ ਪੜ੍ਹੇ ਜਾਣਗੇ, ਭਾਵੇਂ ਕਿਸੇ ਵੀ ਜ਼ਬਾਨ 'ਚ। So this is called liturgy, ਕਿ ਤੁਸੀਂ ਆਪਣੇ ਉਸ ਲਿਖੇ ਹੋਏ ਟੈਕਸਟ ਤੋਂ ਤੁਸੀਂ ਬਾਹਰ ਨਹੀਂ ਆਉਂਦੇ। ਸੋ ਜਿਹੜਾ ਇਹ ਵਾਲਾ ਜ਼ਬੂਰ ਸੀ ਜਿਹੜਾ, that was part of the every Sabbath prayer, ਜਿਹੜੀ ਕਿ ਸ਼ਾਮ ਦੀ ਕੁਰਬਾਨੀ ਹੁੰਦੀ ਸੀ। ਤੁਹਾਨੂੰ ਯਾਦ ਨਾ, ਸ਼ਾਮ ਸੁਬਾਹ ਦੁਪਹਿਰਾਂ ਨੂੰ ਮੈਂ ਕੀ ਗੁਜ਼ਾਰਾਂ,
ਕੁਰਬਾਨੀਆਂ ਗੁਜ਼ਾਰਾਂ, ਯਾਨੀ 3 ਟਾਈਮ ਦੀ ਜਿਹੜੀ ਦੁਆ ਵੇ ਉਹ ਤੇ ਐਵਰੀਡੇ ਦੀ ਯਹੂਦੀ ਕਲਚਰ ਦੇ ਵਿੱਚ ਹੈ ਹੀ ਹੈ ਸੀ, ਜਿਹਨੂੰ ਕਿ ਲੇਕਿਨ ਅਮੀਦਾ ਪ੍ਰੇਅਰ ਨੂੰ ਕਿਹਾ ਜਾਂਦਾ ਸੀ। ਸੈਬਤ ਆਫਟਰਨੂਨ ਦੇ ਵਿੱਚ ਇਹ ਜ਼ਬੂਰ ਨੂੰ ਪੜ੍ਹਿਆ ਜਾਂਦਾ ਸੀ ਐਵਰੀ ਸੈਬਤ। ਉਹਦੇ ਬਾਅਦ ਜਿਹੜੀਆਂ ਆਇਤਾਂ ਨੇ 8 ਤੋਂ 11 ਜਿਹੜੀਆਂ ਆਇਤਾਂ ਨੇ ਉਹ ਪੜ੍ਹੀਆਂ ਜਾਂਦੀਆਂ ਹਨ ਕਿ ਜਦੋਂ ਸੁਬਾਹ ਦੀ ਦੁਆ ਹੁੰਦੀ ਸੀ ਐਵਰੀਡੇ ਪ੍ਰੇਅਰ ਨਾਲ। ਠੀਕ ਹੈ, ਅਸੀਂ ਹੁਣ ਸਬਤ ਤੋਂ ਨਿਕਲ ਕੇ ਕਿੱਥੇ ਆ ਗਏ ਹਾਂ? ਐਵਰੀਡੇ ਪ੍ਰੇਅਰ, ਹਰ ਰੋਜ਼ ਸੁਬਾਹ ਦੀ ਜਿਹੜੇ ਲੋਕ ਸੁਬਾਹ ਉੱਠ ਕੇ ਦੁਆ ਕਰਦੇ ਨੇ, ਉਹ ਇਹ ਜ਼ਬੂਰ ਦੀਆਂ ਆਇਤਾਂ 8ਵੀਂ ਤੋਂ ਲੈ ਕੇ ਤੇ 11ਵੀਂ ਆਇਤ ਤੱਕ, ਜਦੋਂ ਉਹ ਤਾਲੀਮ ਤੁਹਾਨੂੰ ਪਤਾ ਮੈਂ ਇੱਕ ਵਾਰ ਤੁਹਾਨੂੰ ਵਿਖਾਈ ਸੀ ਉਹ ਜਿਵਿਸ਼ ਪ੍ਰੇਅਰ ਸ਼ਾਲ, ਠੀਕ ਹੈ, ਬਲੂ ਐਂਡ ਵਾਈਟ ਕਲਰ ਦੀ, ਔਰ ਉਹਦੇ ਨਾਲ ਐਂਡ ਤੇ ਉਹ ਗੰਢਾਂ ਬੰਨੀਆਂ ਹੁੰਦੀਆਂ ਨੇ। ਠੀਕ ਹੈ, ਸੋ ਉਹਨੂੰ ਤਾਲੀਤ ਕਿਹਾ ਜਾਂਦਾ ਵੇ, ਟੈਲਿਟ ਜਾਂ ਉਹਨੂੰ ਕਿਹਾ ਜਾਂਦਾ ਵੇ ਪ੍ਰੇਅਰ ਸ਼ਾਲ ਜਿਹੜੀ ਹੈ। ਤੇ ਉਹ ਜਦੋਂ ਸੁਬਾਹ ਦੀ ਦੁਆ ਖਤਮ ਕਰਨ ਤੋਂ ਬਾਅਦ ਜਦੋਂ ਉਸ ਤਾਲੀਤ ਨੂੰ ਲਪੇਟਿਆ ਜਾਂਦਾ ਸੀ ਨਾ, ਜਦੋਂ ਉਹਨੂੰ ਲਪੇਟ ਕੇ ਰੱਖਿਆ ਜਾਂਦਾ ਸੀ, ਦੈਟ ਟਾਈਮ 8ਵੀਂ ਤੋਂ 11ਵੀਂ ਆਇਤ ਉਦੋਂ ਪੜ੍ਹੀ ਜਾਂਦੀ ਸੀ, 8 ਤੋਂ ਲੈ ਕੇ 11 ਆਇਤ ਤੱਕ। ਸੋ ਜਿਹੜੇ ਲੋਕਾਂ ਨੂੰ ਪ੍ਰੈਕਟਿਸ ਕਰਨਾ ਚਾਹੁੰਦੇ ਨੇ, ਦੇ ਵੁੱਡ ਲਾਈਕ ਟੂ ਰੀਡ ਸਾਮ ਔਰ ਐਵਰੀ अर्ਲੀ ਮਾਰਨਿੰਗ, ਅਗਰ ਉਹ ਪੜ੍ਹਨਾ ਚਾਹੁੰਦੇ ਨੇ, ਦਿਸ ਇਜ਼ ਅ ਪਰਫੈਕਟ ਐਗਜ਼ਾਮਪਲ ਯੂ ਕੈਨ ਯੂਜ਼ ਇਨ ਯੋਰ ਰੈਗੂਲਰ ਪ੍ਰੇਅਰ ਪ੍ਰੈਕਟਿਸ ਜਿਹੜਾ ਵੇ। ਜਿਹੜੀ 12ਵੀਂ ਆਇਤ ਸੀ ਨਾ, 12ਵੀਂ ਆਇਤ ਜਨਾਬ ਪੜ੍ਹੀ ਜਾਂਦੀ ਸੀ ਜਦੋਂ ਸਾਲ ਦੇ ਬਾਅਦ ਯੌਮ ਕਫਾਰਾ ਮਨਾਇਆ ਜਾਂਦਾ ਸੀ ਨਾ, ਜਦੋਂ ਪੂਰੀ ਕੌਮ ਦੇ ਗੁਨਾਹਾਂ ਦੇ ਇਕਰਾਰ ਕਰਕੇ ਸਰਦਾਰ ਕਾਹਨ ਬੱਕਰੇ ਨੂੰ ਹਲਾਲ ਕਰਕੇ ਇੱਕ ਨੂੰ ਛੱਡ ਦਿੰਦੇ ਹਨ ਤੇ ਇੱਕ ਨੂੰ ਉਹਦਾ ਖੂਨ ਛਿੜਕਿਆ ਜਾਂਦਾ ਸੀ ਜਾ ਕਰ ਆਪਣਾ ਅਹਿਦ ਦੇ ਸੰਦੂਕ ਦੇ ਉੱਤੇ ਜਿਹੜਾ ਸੀ। ਉਹ 12ਵੀਂ ਆਇਤ ਜਿਹੜੀ ਹੈ ਉਹ ਵੇਖੋ ਇੱਥੇ ਕੀ ਲਿਖਿਆ, ਮੈਨੂੰ ਪੜ੍ਹ ਲੈਣੇ ਲਿਖਿਆ, बद किरदार वहाँ गिरे पड़े हैं, वो गिरा दिए गए हैं और फिर उठ ना सकेंगे। यानी दिस वाज अ प्रेयर ऑफ प्रोटेक्शन ਜਿਹੜੀ कि जनाब हर साल ਦੇ ਯੌਮ ਕਫਾਰਾ ਦੇ ਆਖਰ ਤੇ ਕੀ ਕੀਤੀ ਜਾਂਦੀ ਸੀ, ਸਰਦਾਰ ਕਾਹਨ ਔਰ ਪੂਰੀ ਕੌਮ ਇਹਨੂੰ ਪੜ੍ਹਦੀ ਸੀ। ਸੋ ਇੰਪੋਰਟੈਂਟ ਇੱਕ ਹੋਰ ਜਿਹੜਾ ਵੇ ਉਹ ਵੇ ਕਿ ਜ਼ਬੂਰ 36 ਜਿਹੜਾ ਵੇ ਇਹ ਅਮੂਮਨ ਕਿਹਾ ਜਾਂਦਾ ਵੇ ਕਿ ਯਹੂਦੀ ਰਬਾਈ ਇਹਨੂੰ ਪੜ੍ਹਦੇ ਹਨ ਜਦੋਂ ਬੰਦਾ ਬਿਮਾਰ ਹੋ ਜਾਂਦਾ ਸੀ ਨਾ, ਉਦੋਂ ਵੀ ਇਹ ਜ਼ਬੂਰ ਨੂੰ ਗਾਇਆ ਜਾਂ ਉਹਦੇ ਲਈ ਪੜ੍ਹਿਆ ਜਾਂਦਾ ਸੀ ਤਾਂ ਕਿ ਉਹਦੀ ਬਿਮਾਰੀ ਤੋਂ ਉਹਨੂੰ ਸ਼ਿਫਾ ਮਿਲੇ। ਸੋ these are the Jewish ਜਿਹੜਾ ਵੇ ਇਹਦਾ ਇੰਪੈਕਟ ਹੈ। ਅਸੀਂ ਹੁਣ ਚੱਲਾਂਗੇ ਜ਼ਬੂਰ ਦੇ ਹਿੱਸਾ ਬਾ ਹਿੱਸਾ ਜਿਹੜਾ ਵੇ, ਪੂਰੇ ਇੱਕ ਆਇਤ ਬਾ ਆਇਤ ਨਹੀਂ ਜਾਵਾਂਗੇ। ਆਈ ਵਿਲ ਗੋ ਵਿਦ ਦਾ ਕਨਸੈਪਟ ਜਿਹੜਾ ਉਹਦੇ ਵਿੱਚ ਬਿਆਨ ਕੀਤਾ ਗਿਆ ਵੇ, ਟਾਈਟਲ ਜਿਹੜਾ ਵੇ, ਔਰ ਵੇਖਾਂਗੇ ਕਿ ਨਵੇਂ ਐਹਦਨਾਮੇ ਦੇ ਵਿੱਚ ਇਹ ਜ਼ਬੂਰ ਜਿਹੜਾ ਵੇ ਇਹਨੂੰ ਕਿੱਥੇ ਔਰ ਕਿਵੇਂ ਇੰਟੀਗ੍ਰੇਟ ਕੀਤਾ ਗਿਆ ਵੇ, ਨਵੇਂ ਐਹਦਨਾਮੇ ਦੇ ਰਾਈਟਰਸ ਨੇ ਇਹਨੂੰ ਕਿਵੇਂ ਬਿਆਨ ਕੀਤਾ ਵੇ। ਸੋ ਨੰਬਰ 1 ਜੀ, ਅਗਰ ਅਸੀਂ ਇਹਨੂੰ ਵੇਖੀਏ, ਪਹਿਲਾ ਹਿੱਸਾ ਪਹਿਲੀਆਂ 4 ਆਇਤਾਂ ਨੇ ਜਿਹੜੀਆਂ ਇਹਦੀਆਂ, ਦੈਟ ਇਜ਼ ਅ ਪੋਰਟਰੇਟ ਆਫ ਦ ਵਿਕਡਨੈਸ, ਇੰਬੋਡੀਮੈਂਟ, ਸ਼ਰੀਰ ਜਿਹੜਾ ਵੇ, ਸ਼ਰਾਰਤ ਜਿਹੜਾ ਕਰਦਾ ਵੇ, ਉਦੋਂ ਉਹਦੀ ਇਨ ਪਰਸੋਨੀਫਿਕੇਸ਼ਨ ਬਿਆਨ ਕੀਤੀ ਗਈ ਹੈ ਕਿ ਉਹ ਕਿਹੋ ਜਿਹਾ ਬੰਦਾ ਹੁੰਦਾ ਵੇ। ਅੱਛਾ, ਲੈਟਸ ਸੀ ਕਿ ਇਹਦੇ ਵਿੱਚ ਜਿਹੜਾ ਮੇਨ ਟੌਪਿਕ ਹੈ ਉਹ ਵੇ ਗੁਨਾਹ, ਸਿਨ ਜਿਹੜਾ ਵੇ, ਠੀਕ ਹੈ। ਲੇਕਿਨ ਅੱਜ ਗੁਨਾਹ ਦਾ ਇੱਕ ਫਰਕ ਐਂਗਲ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਹੜਾ ਕਿ ਇਹ ਜ਼ਬੂਰ ਸਾਡੀ ਮਦਦ ਕਰਦਾ ਵੇ ਗੁਨਾਹ ਦੇ, ਸਿਨ ਦੇ ਕਨਸੈਪਟ ਨੂੰ ਸਮਝਣ ਲਈ। ਗੁਨਾਹ ਹੁੰਦਾ ਕੀ ਹੈ, ਠੀਕ ਹੈ। ਸੋ ਨੰਬਰ 1, ਲੈਟਸ ਰੀਡ ਫਸਟ 4 ਵਰਸਿਸ ਇਨ ਉਰਦੂ। ਪੰਜਾਬੀ ਤੋਂ ਸੁਣੀਆਂ ਨੇ ਤੇ ਅਸੀਂ ਉਰਦੂ 'ਚ ਪੜ੍ਹਨ ਲਿਖਿਆ। ਜ਼ਬੂਰ ਨਵੀਸ ਕਹਿ ਰਿਹਾ ਜੀ, ਦਾਊਦ ਕਹਿ ਰਿਹਾ ਜੀ, शरीर की बदी से मेरे दिल में ख्याल आता है। ਇੱਥੋਂ ਮੈਨੂੰ ਯਾਦ ਆ ਗਿਆ ਵੇ, ਮੈਂ ਸਾਡੀ ਲਤਾ ਮੰਗੇਸ਼ਕਰ ਵਿਚਾਰੀ ਮਰ ਗਈ ਹੈ, ਠੀਕ ਹੈ, ਔਰ ਸ਼ੀ ਵਾਜ਼ 92 ਈਅਰਸ ਓਲਡ ਐਂਡ ਬੀਇੰਗ ਅ ਮਿਊਜ਼ੀਸ਼ੀਅਨ ਹੁੰਦੇ ਨੇ ਪੂਰੀ ਦੁਨੀਆ ਦੇ ਵਿੱਚ, ਜਿਹੜੇ ਇੰਡੀਆ ਪਾਕਿਸਤਾਨ ਤੋਂ ਲੋਕ ਨੇ ਪੂਰੇ ਜਿੱਥੇ ਜਿੱਥੇ ਬੈਠੇ ਨੇ, ਸਿੰਸ 1940s ਆਈ ਥਿੰਕ 1940 ਤੋਂ ਲੈ ਕੇ ਔਨਵਰਡ ਇਹ 2000 ਮਤਲਬ ਪਿਛਲੇ 1.5-2 ਸਾਲ ਤੋਂ ਪਹਿਲਾਂ ਤੱਕ, ਮਤਲਬ ਕੋਈ 3 ਜਨਰੇਸ਼ਨ ਐਸੀਆਂ ਨੇ ਜਿਹੜੀਆਂ ਜਵਾਨ ਹੋਈਆਂ ਨੇ ਉਹਨੂੰ ਸੁਣ ਕੇ, ਉਹਦੀ ਆਵਾਜ਼ ਸੁਣ ਕੇ। ਮਤਲਬ ਸੱਚ ਅ ਪ੍ਰੋਫਾਊਂਡ ਗਿਫਟ ਐਂਡ ਸੱਚ ਅ ਗ੍ਰੇਟ ਲਾਸ, ਬਟ ਦੇਰ ਇਜ਼ ਅ ਡੈਥ ਫॉर ਐਵਰੀ ਬਰਥ। ਸ਼ੀ ਕੰਟਰੀਬਿਊਟਡ, ਖੁਦਾ ਨੇ ਗਿਫਟ ਦਿੱਤਾ ਸੀ ਔਰ ਉਹ ਗਿਫਟ ਉਹਨੇ ਇਸਤੇਮਾਲ ਕੀਤਾ ਭਰਪੂਰ ਤਰੀਕੇ ਨਾਲ, ਐਂਡ ਸ਼ੀ ਲਾਸਟ। ਇਹ ਤੋਂ ਪਹਿਲਾਂ ਮੈਂ ਸਵੇਰੇ ਪੜ੍ਹਦਾ ਖਿਆਲ ਨਹੀਂ ਆਇਆ, ਹੁਣ ਮੇਰੇ ਦਿਲ 'ਚ ਖਿਆਲ ਆ ਗਿਆ ਵੇ। ਉਹ ਪਾਕਿਸਤਾਨ ਦਾ ਇੱਕ ਐਂਕਰ ਸੀ, ਉਹਨੂੰ ਕਹਿਣ ਡਿਆ ਸੀ ਜੀ ਕਿ ਜ਼ਰਾ ਨਾ, ਉਹਨੇ ਇੰਟਰਵਿਊ ਕੀਤਾ, ਪੁਰਾਣਾ ਇੰਟਰਵਿਊ ਚਲਾਇਆ ਪਾਕਿਸਤਾਨ ਦੇ TV ਸ਼ੋਅ ਨੇ, ਇੱਕ ਐਂਕਰ ਨੇ, ਉਹਨੇ ਰਿਕੁਐਸਟ ਉਹਨੂੰ ਕੀਤੀ ਜੀ ਕਿ ਕਭੀ ਕਭੀ ਫਿਲਮ ਦਾ ਗਾਣਾ ਜ਼ਰਾ ਗੁਣਗੁਣਾ ਦਿਓ। ਔਰ ਇੱਥੋਂ ਦਾਊਦ ਕਹਿ ਰਿਹਾ, शरीर की बदी से मेरे दिल में ख्याल आता है। इत्थों मैंने याद आ गया, कभी कभी मेरे दिल में ख्याल आता है, ठीक है। इट्स अ रोमांटिक सॉन्ग, बट एनीवे इत्थे जनाब ਜਿਹੜਾ ਦਾਊਦ ਜਿਹੜਾ ਵੇ ਐਕਚੁਅਲੀ ਉਹ ਸ਼ਰੀਰ ਇੱਥੇ ਉਹ ਫੋਕਸ ਕਰਨ ਡਿਆ, ਇਨ ਪਰਸੋਨੀਫਿਕੇਸ਼ਨ ਦੇ ਰਿਹਾ ਵੇ ਔਰ ਕੀ ਖਿਆਲ ਹੁੰਦਾ ਜੀ ਨਾ, ਵਾਟ ਹੀ ਇਜ਼ ਥਿੰਕਿੰਗ ਐਕਚੁਅਲੀ। ਅੱਛਾ, ਬੜਾ ਘੱਟ ਜਿਹੜਾ ਵੇ ਨਾ ਅਸੀਂ ਬਾਜ਼ ਔਕਾਤ ਜਿਹੜਾ ਸਾਡਾ ਪਰਸਨਲ ਥਾਟ ਪ੍ਰੋਸੈਸ ਹੁੰਦਾ ਵੇ ਨਾ, ਅਸੀਂ ਉਹਨੂੰ ਬਾਜ਼ ਔਕਾਤ ਬੜਾ ਘੱਟ ਐਕਸਪ੍ਰੈਸ ਕਰਨੇ ਆ ਜਾਂ ਉਹਨੂੰ ਜਰਨਲਾਈਜ਼ ਕਰਨੇ ਆ। ਜਰਨਲਾਈਜ਼ ਦਾ ਮਤਲਬ ਕਰਨਾ ਲਿਖਣਾ, ਉਹਨੂੰ ਜਰਨਲ ਲਿਖਣਾ, ਠੀਕ ਹੈ ਨਾ। ਬੜੇ ਘੱਟ ਲੋਕ ਨੇ ਜਿਹੜੇ ਆਪਣੇ ਖਿਆਲਾਤ ਨੂੰ ਲਿਖਦੇ ਨੇ। ਇਹ ਸਾਡੇ ਜਿਹੜਾ ਮਗਰਬੀ ਕੌਨਟੈਕਸਟ, ਇਹਦੇ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਨਾ ਕਿ ਤੁਹਾਨੂੰ ਲਿਖਣਾ ਹੈ, ਲਿਖਣ ਦਾ, ਪੜ੍ਹਨ ਦਾ ਬੜਾ ਕਨਸੈਪਟ ਹੁੰਦਾ ਵੇ ਕਿ ਤੁਸੀਂ ਲਿਖੋ, ਜਰਨਲਾਈਜ਼ਿੰਗ ਕਰੋ ਐਵਰੀ ਡੇ। ਸੋ ਇਹਦੇ ਵਿੱਚ ਜਨਾਬ ਅਸੀਂ ਜਿਹੜਾ ਵੇ ਨਾ ਵੇਖਦੇ ਹਾਂ ਕਿ ਆਂਦਾ ਜੀ ਰੋਕੀ
ਉਹਦੇ ਬਜਾਏ ਉਹਦੇ ਦਿਲ 'ਚ ਕੋਈ ਹੋਰ ਖਿਆਲ ਆਏ, ਉਹਦੇ ਜ਼ਿਹਨ 'ਚ ਸਰੀਰ ਵੜਿਆ ਆਵੇ। ਸੋ ਇੱਥੋਂ ਮੈਨੂੰ ਲੱਗਦਾ ਵੇ ਕਿ ਦਾਊਦ ਨਾ ਬੜੇ ਕ੍ਰਿਟੀਕਲ ਸਿਚੁਏਸ਼ਨ 'ਚੋਂ ਗੁਜ਼ਰ ਰਿਹਾ ਹੋਣਾ ਹੈ। ਵੀ ਡੋਂਟ ਨੋ, ਸਾਨੂੰ ਆਹ 2-3 ਸਿਚੁਏਸ਼ਨ ਵੇਖੀਆਂ ਨੇ ਉਹਦੀਆਂ। ਸਾਊਲ ਕੋਲੋਂ ਨੱਠਿਆ ਜਦੋਂ, ਫਿਰ ਆਪਣੇ ਬੇਟੇ ਅਬੀਸਲਮ ਕੋਲੋਂ ਨੱਠਿਆ, ਫਿਰ ਜੰਗਾਂ ਲੜੀਆਂ ਉਹਨੇ, ਫਿਰ ਬਿਮਾਰ, ਮਤਲਬ ਦੇਰ ਆਰ ਲੋਟਸ ਆਫ ਕ੍ਰਾਈਸਿਸ। ਸੋ ਵੀ ਡਜ਼ਨਟ ਨੋ ਵਾਟ ਹਿਸਟੋਰੀਕਲ ਕॉन्टेक्स्ट ਆਫ ਦਿਸ पर्टिकुलर साम इज। लेकिन कहता जी शरीर जिहड़ा वे ना खुदा का खौफ उसके पेश नज़र नहीं। अच्छा, तो एक चीज़ नोट करिए, हुण इत्थे चीज़ां नैगेटिव आईयां ने। असीं यह समझने आ कि गुनाह ਉਹ ਵੇ ਜਿਹੜਾ ਅਸੀਂ ਕਮਿਟ ਕਰਨੇ ਆ, ਯਾਨੀ ਜਿਹੜਾ ਅਸੀਂ ਐਕਸ਼ਨ ਕਰਨੇ ਆ। ਠੀਕ ਹੈ, ਭਾਵੇਂ ਉਹ ਥਾਟ ਹੋਏ, ਭਾਵੇਂ ਉਹ ਐਕਟ ਹੋਏ, ਭਾਵੇਂ ਉਹ ਡੀਡ ਹੋਏ ਜਾਂ ਵਰਬਲ ਹੋਏ। ਠੀਕ ਹੈ, ਭਾਵੇਂ ਮੂੰਹੋਂ ਬੋਲੀਏ, ਕੁਛ ਵੀ ਕਰੀਏ, ਐਕਸ਼ਨ ਕਰੀਏ, ਦੈਟ ਇਜ਼ ਦ ਸਿਨ। ਲੇਕਿਨ ਇੱਥੇ ਵੇ ਜਿਹੜੇ ਚੀਜ਼ਾਂ ਨਹੀਂ ਕਰਦੇ, ਸੋ ਇਟ ਇਜ਼ ਨੈਗੇਟਿਵ। ਸਮਝ ਆ ਗਈ ਨਾ ਫਰਕ ਮੈਂ ਕੀ ਦੱਸਣਾ ਚਾਹ ਰਿਹਾ? ਇਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਵੇ ਸਿਨ ਆਫ ਓਮਿਸ਼ਨ। ਓਮਿਸ਼ਨ ਮਤਲਬ ਅਚਾਨਕ ਹੋ ਗਿਆ, ਅਮਿਟ ਹੋ ਗਿਆ। ਠੀਕ ਹੈ ਨਾ। ਇੱਕ ਵੇ ਸਿਨ ਆਫ ਕੋਮਿਸ਼ਨ, ਯਾਨੀ ਜਾਣ ਬੁੱਝ ਕੇ ਕਰਨਾ। ਠੀਕ ਹੈ। ਸੋ ਇੱਥੇ ਜਿਹੜਾ ਗੁਨਾਹ ਦੱਸਿਆ ਗਿਆ, ਲਿਸਟ ਜਿਹੜੀ ਨਾ ਦੱਸੀ ਗਈ, ਪਰਸੋਨੀਫਿਕੇਸ਼ਨ ਹੈ, ਦੈਟ ਇਜ਼ ਨਾਟ ਵਾਟ ਵੀ ਡੂ। ਇੱਥੇ ਗੁਨਾਹ ਹੋਵੇ ਜਿਹੜਾ ਸਾਨੂੰ ਪਤਾ ਵੇ ਕਿ ਇਹ ਗੁਨਾਹ ਵੇ ਔਰ ਅਸੀਂ ਉਹਨੂੰ ਨਹੀਂ ਕਰਦੇ। ਓਕੇ, ਲੈਟਸ सी। आंदा जी नंबर 1, पहला नेगेटिव की है, खुदा का खौफ उसके पेश नज़र नहीं, यानी ये खुदा का खौफ नहीं रखता। है ਉਹਦੇ ਲਈ ਕੀ ਹੈ? गुनाह है। अगे कहता है कि क्योंकि वो अपने आप को अपनी नज़र में इस ख्याल से तसल्ली देता है कि उसकी बदी ना तो फाश होगी ना मकरूह समझी जाएगी। इन्होंने लगता है यह भी गुनाह में ऐ सोचना कि जी मेरी बदी फड़ी नहीं जाएगी। एक तो ना बदी कर लेना, एक वे जेहन च ख्याल रखना कि जनाब वो मैं तो बड़ा स्मार्ट हाँ, मैं तो बड़ा क्लैवर हाँ, मैं तो बड़ा जनाब इंटैलीजेंट हाँ, मैं तो यह काम करता दुनिया को पता नहीं लगन देता की हो गया। ठीक है। सो दैट इज आल्सो जरा वे ना फाश होगी ना मकरूह, नेगेटिव। अगेन उसके मुंह में, दिस इज पॉजिटिव, एन पॉजिटिव है, यानी कि इट्स एक्शन की है, उसके मुंह में बदी और फ्रेब की बातें हैं। ठीक है। अच्छा, ਉਹਦੇ ਬਾਅਦ वो दानिश और नेकी से, मतलब नेकी और हिकमत ਉਹਦੇ ਕੋਲੋਂ दूर नट गई ने। ठीक है ना। और वो अपने बिस्तर पर बदी के मंसूबे बांधता है और वो ऐसी राह इख्तियार करता है जो अच्छी नहीं। नेगेटिव। वो बदी से नफरत नहीं करता। ठीक है। ਜਿਹੜੇ ਕੰਮ ਨਹੀਂ ਕਰਦਾ ਉਹ ਵੀ ਗੁਨਾਹ ਨੇ। ਓਕੇ, ਜਿਹੜਾ ਕੰਮ ਕਰਨ ਡਿਆ ਉਹ ਤੇ ਲਹਿਦਾ ਵੇ, ਇਹ ਜਿਹੜਾ ਕੰਮ ਨਹੀਂ ਕਰਦਾ ਇਹ ਉਹਦੇ ਵਾਸਤੇ ਗੁਨਾਹ ਵੇ। ਠੀਕ ਹੈ। ਦਿਸ ਇਜ਼ ਸਿਨ ਆਫ ਓਮਿਸ਼ਨ ਐਂਡ ਕਮਿਸ਼ਨ, ਸਿਨ ਜਿਹੜਾ ਵੇ ਵਾਟ ਵੀ ਡੂ ਨਾਟ ਡੂ। ਠੀਕ ਹੈ ਨੀ। ਇਹਨੂੰ ਨਵੇਂ ਐਹਦਨਾਮੇ ਦੇ ਵਿੱਚ ਪੌਲੁਸ ਰਸੂਲ ਨੇ ਔਰ ਯਾਕੂਬ ਨੇ ਬੜਾ ਅੱਛਾ ਇਹਨੂੰ ਬਿਆਨ ਕੀਤਾ ਵੇ। ਸੋ ਲੈਟਸ ਰੀਡ ਥੀਸ ਟੂ ਰੈਫਰੈਂਸਸ ਟੂ ਅੰਡਰਸਟੈਂਡ ਕਿ ਨਵੇਂ ਐਹਦਨਾਮੇ ਦੇ ਵਿੱਚ ਇਹਨੂੰ ਕਿਵੇਂ ਬਿਆਨ ਕੀਤਾ ਗਿਆ। ਅੰਕਲ ਜੋਸ਼ੂਆ, ਤੁਸੀਂ ਅਗਰ ਖੋਲੋ ਰੋਮਨ 3 ਬਾਬ ਤੇ ਉਹਦੀ 18ਵੀਂ ਆਇਤ, ਸਿਸਟਰ ਜੋਤੀ ਤੁਸੀਂ ਅਗਰ ਖੋਲੋ ਯਾਕੂਬ ਦਾ ਖਤ ਉਹਦਾ 4 ਬਾਬ ਤੇ ਉਹਦੀ 17ਵੀਂ ਆਇਤ ਜੀ। ਆਪਣਾ ਮਾਈਕ ਖੋਲ ਲਿਓ। रोमियो ਦਾ ਖਤ ਉਹਦੇ 3 ਬਾਬ ਤੇ 18ਵੀਂ ਆਇਤ। ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ਵਰ ਦਾ ਭੈ ਹੈ ਨਹੀਂ। ਠੀਕ ਹੈ ਜੀ, ਇੱਕੋ ਹੀ ਹੈ। ਹਾਂਜੀ, ਇੱਕੋ ਲਾਈਨ। ਹਾਂ, ਉਹ ਪੂਰਾ ਔਰ ਜ਼ਬੂਰ ਉਹਨੇ ਕੋਟ ਕੀਤਾ ਵਾ, ਲੇਕਿਨ ਆਖਰੀ ਆ ਜਿਹੜੀ ਹੈ ਕਿ ਲਿਖਿਆ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੁਦਾ ਦਾ ਖੌਫ ਹੈ ਹੀ ਨਹੀਂ। ਨੈਗੇਟਿਵ। ਠੀਕ ਹੈ। ਸੋ ਨੈਗੇਟ ਆ ਗਿਆ ਵੇ। ਠੀਕ ਹੈ। ਸੋ ਸਿਨ ਆਫ ਕਮਿਸ਼ਨ। ਸੋ ਤੁਸੀਂ ਵੇਖੋਗੇ ਕਿ ਸੇਮ ਜ਼ਬੂਰ 36 ਦੀ ਪਹਿਲੀ ਆਇਤ ਦਾ ਸੈਕੰਡ ਪਾਰਟ ਜਿਹੜਾ ਵੇ ਨਾ, ਖੁਦਾਵੰਦ का खौफ उसके पेश नज़र नहीं है। ठीक है। सेम आयत ਜਿਹੜੀ ਹੈ रोमियो 3 ਬਾਬ ਔਰ ਉਹਦੀ 18ਵੀਂ ਆਇਤ ਦੇ ਵਿੱਚ ਪੌਲੁਸ ਰਸੂਲ ਨੇ ਐਜ਼ ਇਟ ਇਜ਼ ਕੋਟ ਕੀਤੀ ਹੈ। ਅੱਛਾ ਜੀ, ਐਸੇ ਸਿਨ ਦੇ ਆਈਡੀਆ ਨੂੰ ਜਰਾ ਯਾਕੂਬ ਦੇ ਖਾਤੇ 'ਚ ਵੇਖੀ ਕਿਵੇਂ ਕਿਹਾ ਗਿਆ। ਹਾਂਜੀ, मैं पढ़ूंगी याकूब दा पत्र 3 बाब ਉਹਦੀ 17 ਆਇਤ, ਸੌਰੀ 4 ਬਾਬ ਉਹਦੀ 17 ਆਇਤ। ਇਸ ਲਈ ਜੋ ਮਨੁੱਖ ਭਲਾਈ ਕਰਨੀ ਜਾਣਦਾ ਹੈ ਪਰ ਕਰਦਾ ਨਹੀਂ, ਉਹ ਪਾਪ ਕਰਦਾ ਹੈ। here you go। पाप ਦੀ फर्क डेफिनेशन, फर्क एंगल आ गया। ठीक है। उर्दू तर्जमा में कि जो भलाई करना जानता है, ओके, ਜਿਹਦੀ ਅਪਰੋਚ ਹੈ ਭਲਾਈ ਕਰਨ ਦੀ, ਜਿਹਨੂੰ ਪਤਾ ਵੇ ਕਿ ਖੁਦਾ ਦੀ ਖਿਦਮਤ ਕਰਨਾ, ਲੋਕਾਂ ਦੀ ਭਲਾਈ ਕਰਨਾ, ਲੋਕਾਂ ਦੀ ਮਦਦ ਕਰਨਾ, ਫਜ਼ੂਲ ਖਰਚੀ ਨਹੀਂ ਕਰਨੀ, ਸ਼ੋਅ ਆਫ ਕਰਨਾ ਜਾਂ ਐਸੇ ਕੰਮ ਕਰਨੇ ਕਿ ਜਿਹੜਾ ਉਹਨੂੰ ਪਤਾ ਵੇ, ਉਹਦਾ ਜ਼ਮੀਰ ਅੰਦਰੋਂ ਉਹਨੂੰ ਕਹਿੰਦਾ ਵੇ ਕਿ ਯਾਰ ਇਹ ਕੰਮ ਗਲਤ ਹੈ। ਠੀਕ ਹੈ ਨਾ, ਇਹ ਕੰਮ ਠੀਕ ਨਹੀਂ ਹੈ। ਠੀਕ ਹੈ। ਜਾਂ ਕਮ ਅਜ਼ ਕਮ ਇਹਨੂੰ ਤੁਸੀਂ ਮੂੰਹੋਂ ਬੁਰਾ ਕਹਿ ਦਿਓ ਲੇਕਿਨ ਚੁੱਪ ਕਰ ਰਹੇ। सिन ऑफ साइलेंस, यानी बदी वेखना भी अपने सामने हो रही है
ਔਰ ਉਹਦੇ ਬਾਅਦ ਜਿਹੜਾ ਵਾ ਨਾ ਇੱਥੋਂ ਮੈਨੂੰ ਯਾਦ ਆ ਗਿਆ ਵੀ ਇਸਲਾਮੀ ਜਿਹਾਦ ਜਿਹੜਾ ਕਨਸੈਪਟ ਹੈ, ਅਸੀਂ ਜਦੋਂ ਮੈਂ ਚੁੱਕੇ ਪਾਕਿਸਤਾਨ ਰਹਿੰਦੇ ਹਾਂ ਸ਼ੁਰੂ ਤੋਂ ਇਸਲਾਮੀਅਤ ਪੜ੍ਹੀਏ, ਔਰ ਮੇਰੇ ਇਤਫਾਕ ਦੀ ਗੱਲ ਹੈ ਵੀ ਮੇਰੇ ਸਾਰ ਨਾਲ ਬਹੁਤ ਨੰਬਰ ਆਉਂਦੇ ਇਸਲਾਮਿਕ ਸਟੱਡੀਜ਼ 'ਚ ਸਨ, ਇਸ ਲਈ ਮੈਂ ਫਿਰ ਮਾਸਟਰ ਵੀ ਕੀਤੀ। ਮੈਂ ਕਿ ਇਸਲਾਮਿਕ ਹਿਸਟਰੀ ਮੈਨੂੰ ਰਿਲੀਜਨ ਨਾਲ ਲੱਗਦਾ ਰੱਬੋਂ ਹੀ ਕੋਈ ਸ਼ਗਫ ਹੈ, ਤੇ ਇਸ ਲਈ ਮਾਸਟਰ ਵੀ ਇਸਲਾਮਿਕ ਹਿਸਟਰੀ 'ਚ ਹੀ ਕਰ ਲਓ। ਐਨੀਵੇ, ਉਹ ਜਦੋਂ ਇਸਲਾਮੀਅਤ ਪੜ੍ਹਾਉਂਦੇ ਹਨ ਨਾ, ਉਹਦੇ ਵਿੱਚ ਜਹਾਦ ਅਕਬਰ ਤੇ ਜਹਾਦ ਅਸਗਰ, ਦੋ ਜਹਾਦ ਹੁੰਦੇ ਹਨ, ਠੀਕ ਹੈ। ਅਸਾਂ ਸੁਣਿਆ ਪੂਰੀ ਦੁਨੀਆ ਦੇ ਵਿੱਚ ਜਹਾਦ ਜਿਹੜਾ ਸਿਰਫ ਜੇ ਮਾਰ ਦੋ ਫਾੜ ਦੋ, ਬੰਬ ਬਰੂਦ ਵਾਲਾ, ਦਮ ਦਰੂਦ ਦੀ ਬਜਾਏ ਬੰਬ ਬਰੂਦ ਫਾੜ ਦੋ। ਸੋ ਲੇਕਿਨ ਜਿਹੜਾ ਜਹਾਦ ਅਕਬਰ ਜਿਹਨੂੰ ਬਿਆਨ ਕੀਤਾ ਗਿਆ ਸੀ ਨਾ ਇਸਲਾਮੀਅਤ ਦੀ ਇਸਲਾਮਿਕ ਸਟੱਡੀ ਦੀ ਕਿਤਾਬ ਦੇ ਵਿੱਚ, ਉਹ ਕੀ ਸੀ? ਉਹਨਾਂ ਦੀ ਜਹਾਦ ਅਕਬਰ ਐਵੇਂ ਕਿ ਅਗਰ ਤੁਸੀਂ ਬਦੀ ਨੂੰ ਵੇਖਣ ਡਏ ਹੋ, ਤੁਹਾਡੇ ਅਗਰ ਇੰਨੀ ਪਾਵਰ ਨਹੀਂ ਹੈ ਕਿ ਤੁਸੀਂ ਆਪਣੀ ਤਾਕਤ ਇਸਤੇਮਾਲ ਕਰਕੇ ਉਹਨੂੰ ਕਰ ਸਕੋ, ਤੇ ਤੁਸੀਂ ਕਮ ਅਜ਼ ਕਮ ਉਹਦੇ ਖਿਲਾਫ ਆਵਾਜ਼ ਚੁੱਕੋ, ਆਪਣੀ ਆਵਾਜ਼ ਬੁਲੰਦ ਕਰੋ। ਅਗਰ ਤੁਹਾਡੇ ਅੰਦਰ ਇੰਨੀ ਵੀ ਹਿੰਮਤ ਨਹੀਂ ਹੈ ਕਿ ਤੁਸੀਂ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ ਉਸ ਗੁਨਾਹ ਔਰ ਉਸ ਬਦੀ ਦੇ ਖਿਲਾਫ ਜੋ ਹੋ ਰਹੀ ਹੈ, ਇਨਜਸਟਿਸ ਜੋ ਹੋ ਰਿਹਾ ਵੇ, ਕਮ ਅਜ਼ ਕਮ ਤੁਸੀਂ ਉਹਨੂੰ ਆਪਣੇ ਦਿਲ 'ਚ ਹੀ ਬੁਰਾ ਸਮਝੋ। ਇਹ ਸਾਰ ਨਾਲੋਂ ਲੋ ਲੈਵਲ ਹੈ ਜਹਾਦ ਦਾ, ਕਿ ਤੁਸੀਂ ਪ੍ਰੈਕਟੀਕਲ ਕੁਛ ਨਹੀਂ ਕਰ ਸਕਦੇ, ਕਮ ਅਜ਼ ਕਮ ਦਿਲ 'ਚ ਉਹਨੂੰ ਬੁਰਾ ਸਮਝੋ। ਸੋ ਕਈ ਲੋਕੀ ਆਏ ਨੇ ਜਿਨ੍ਹਾਂ ਦੇ ਅੰਦਰੋਂ ਟੋਟਲੀ ਜ਼ਮੀਰ ਜਿਹਨੂੰ ਕਿਹਾ ਜਾਂਦਾ ਨਾ ਮੁਰਦਾ ਹੋ ਜਾਂਦਾ ਵੇ, ਦੇ ਆਰ ਟੋਟਲੀ ਡਾਰਕਸ ਡਿਪਰੈਵਿਟੀ ਜਿਹੜੀ ਹੈ ਉਹਦੀ ਲਾਸਟ ਹੱਦ ਤੇ ਪਹੁੰਚ ਜਾਂਦੇ ਨੇ, ਐਂਡ ਦੇ ਡੋਂਟ ਹੈਵ ਐਨੀ ਲਾਈਟ ਇਨਸਾਈਡ, ਕਿਉਂਕਿ ਅਮਸਾਲ ਦਾ ਮੁਸੰਨਫ ਲਿਖਦਾ ਵੇ ਕਿ ਆਦਮੀ का ਜ਼ਮੀਰ खुदा का चिराग है, ਯਾਨੀ ਜਿਹੜਾ ਖੁਦਾ ਨੇ ਇਨਸਾਨ ਦੇ ਅੰਦਰ ਜਿਹੜੀ ਰੱਖੀ ਹੈ, ਜਿਹੜੀ ਸ਼ੈਨ ਅੰਦਰੋਂ ਦੱਸਦੀ ਹੈ ਕਿ ਯਾਰ ਦਿਸ ਇਜ਼ ਰੋਂਗ, ਠੀਕ ਹੈ ਨਾ। ਉਹ ਭਾਵੇਂ ਉਹਨੂੰ ਫਿਰ ਚੁੱਪ ਕਰਾ ਦੇ, ਮਾਰ ਦੇ, ਬੰਨ ਦੇ, ਮੂੰਹ ਤੇ ਜ਼ਿਪ ਲਗਾ ਦੇ, ਉਹ ਲਾਰਾ ਚੀਜ਼ ਹੈ, ਠੀਕ ਹੈ, ਬਟ ਦਿਸ ਇਜ਼ ਰੋਂਗ। ਇਹ ਆਵਾਜ਼ ਅੰਦਰੋਂ ਆਉਂਦੀ, ਅੰਦਰੋਂ ਇੰਡੀਕੇਟਰ ਚੱਲਦਾ ਵੇ ਕਿ ਰੈੱਡ ਲਾਈਟ ਬਲ ਪੈਂਦੀ ਅੰਦਰੋਂ ਇਨਸਾਨ ਹੁੰਦਿਆਂ ਆ ਜਦੋਂ ਅਸੀਂ ਕੋਈ ਨਾ ਕੋਈ ਇੰਜ ਕੰਮ ਕਰਨਾ। ਸੋ ਅਸਾਂ ਵੇਖਿਆ ਜੀ ਯਾਕੂਬ ਕੀ ਕਹਿ ਰਿਹਾ, ਜੋ ਸ਼ਖਸ ਜਾਣता है कि ये बदी है, ਕੀ ਸੀ ਦੁਬਾਰਾ ਪੜ੍ਹੋ ਜ਼ਰਾ, ਪ੍ਰੋਪਰ ਫਰੇਜ਼ ਕੀ ਸੀ ਯਾਕੂਬ ਦੇ ਖੱਤੀ? ਇਸ ਲਈ ਜੋ ਮਨੁੱਖ ਭਲਾਈ ਕਰਨੀ ਜਾਣਦਾ ਹੈ ਪਰ ਕਰਦਾ ਨਹੀਂ, ਉਹ ਪਾਪ ਕਰਦਾ ਹੈ। हाँ, here you go, जो भलाई करना जानता है और नहीं करता, ठीक है ना। ਸੋ ਇਹਦੇ ਵਿੱਚ ਸਾਡੀ ਪਰਸਨਲ ਲਾਈਫ ਵੀ ਆ ਜਾਂਦੀ ਹੈ, ਸਾਡੀ ਫੈਮਿਲੀ ਲਾਈਫ ਵੀ ਆ ਜਾਂਦੀ ਹੈ, ਸਾਡੀ ਬਹੁਤ ਸਾਰੀ ਲਾਈਫ ਆ ਜਾਂਦੀ ਜਿਹਦੇ ਵਿੱਚ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਜਿਹੜੇ ਲੋਕ ਇੱਥੇ ਰਹਿੰਦੇ ਆ ਵੈਸਟਰਨ ਕੰਟਰੀਜ਼ ਦੇ ਵਿੱਚ, ਔਰ ਜਿਨ੍ਹਾਂ ਦੇ ਕੋਲ ਖੁਦਾ ਨੇ ਕੰਪੇਅਰ ਟੂ ਆਵਰ ਫੈਮਲੀਜ਼ ਔਰ ਫਰੈਂਡਸ ਇਨ ਇੰਡੀਆ ਐਂਡ ਪਾਕਿਸਤਾਨ, ਕੰਪੇਅਰ ਟੂ ਸਾਨੂੰ ਖੁਦਾ ਨੇ ਅਗਰ ਵੇਖਿਆ ਜਾਏ ਤੇ ਮਤਲਬ ਉਹਨਾਂ ਨਾਲੋਂ ਕੰਪੈਰੇਟਿਵਲੀ ਜ਼ਿਆਦਾ ਬਰਕਤ। ਸਾਡੇ ਕੋਲ ਘਰ ਵੀ ਵੱਡੇ ਨੇ, ਸਾਡੇ ਕੋਲ ਗੱਡੀਆਂ ਵੀ ਆਏ ਨੇ, ਗੈਜਟਸ ਵੀ ਆਏ ਨੇ, ਪੈਸੇ ਵੀ ਆਏ ਨੇ, ਸਿਕਿਉਰਿਟੀ, ਮਤਲਬ ਵੇਖਿਆ ਜਾਏ ਤੇ ਹਰ ਤਰ੍ਹਾਂ ਖੁਦਾ ਨੇ ਸਾਨੂੰ ਸਿਕਿਉਰ ਰੱਖਿਆ ਹੋਇਆ ਵੇ। ਔਰ ਇਹਦੇ ਬਾਵਜੂਦ ਅਗਰ ਅਸੀਂ ਖੁਦਾ ਦਾ ਸ਼ੁਕਰ ਦਾ ਨਾ ਕਰੀਏ, ਖੁਦਾ ਦੀ ਖਿਦਮਤ, ਖੁਦਾ ਦੇ ਕੰਮ ਔਰ ਖੁਦਾ ਜਿੱਥੋਂ ਸਾਨੂੰ ਚੁੱਕ ਕੇ ਲੈ ਕੇ ਆਇਆ ਵੇ, ਅਗਰ ਅਸੀਂ ਉਹਦਾ ਰਿਵਾਰਡ ਔਰ ਉਹਦੀ ਥੈਂਕਸ ਗਿਵਿੰਗ ਅਗਰ ਨਾ ਕਰੀਏ, ਇਟ ਮੀਨਸ ਵੀ ਆਰ ਸਿਨਿੰਗ, ਠੀਕ ਹੈ। ਅਸੀਂ ਗੁਨਾਹ ਕਰਨ ਡਏ ਹਾਂ, ਕਿਉਂਕਿ ਅਸੀਂ ਜਿਹੜਾ ਸੋਰਸ ਹੈ ਸਾਡੀ ਬਲੈਸਿੰਗ ਦਾ, ਅਸੀਂ ਉਸ ਸੋਰਸ ਨੂੰ ਵੀ ਆਰ ਨਾਟ ਡੀਲਿੰਗ ਵਿਦ ਹਿਮ ਪ੍ਰੋਪਰਲੀ, ਠੀਕ ਹੈ ਨਾ। ਦੂਜੇ ਨੰਬਰ ਤੇ ਜਿਹੜੇ ਖੁਦਾ ਸਾਨੂੰ ਵਸਾਇਲ ਦਿੱਤੇ ਨੇ, ਉਹਨਾਂ ਨੂੰ ਅਸੀਂ ਆਪਣੇ ਸ਼ੋਅ ਆਫ ਵਾਸਤੇ ਇਸਤੇਮਾਲ ਕਰੀਏ, ਉਹਨਾਂ ਨੂੰ ਅਸੀਂ ਯੂਜ਼ ਕਰੀਏ ਕਿ ਲੋਕੀ ਵੇਖਣ ਜੀ, ਬੱਲੇ ਬੱਲੇ ਦੁਨੀਆ ਵੇਖੇ ਤੇ ਜਨਾਬ ਫਟੇ ਚੁੱਕ ਕੰਮ ਹੋ ਗਿਆ, ਤੇ ਜਨਾਬ ਬੱਲੇ ਬੱਲੇ ਹੋ ਗਈ ਹੈ ਜੀ ਕਿ ਫਲਾਣੇ ਨੇ ਵੇਖੋ ਜਨਾਬ ਹੈ ਫਲਾਣਾ ਨਵੀਂ ਗੱਡੀ ਲਈਏ, ਫਲਾਣਾ ਵੇਖੋ ਰੋਟੀ ਕਿਹੋ ਜਿਹੀ ਖਾਂਦਾ, ਕੱਪੜੇ ਵੇਖੋ ਨੇ ਲੇਟੈਸਟ, ਮਤਲਬ ਆਲ ਦੀਸ ਕਾਈਂਡ ਆਫ ਥਿੰਗਸ ਜਿਹੜੀਆਂ ਕਿ ਅਸੀਂ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਨੇ ਆ ਟੂ ਦਾ ਪਬਲਿਕ ਆਡੀਅנס, ਕਿ ਲੋਕੀ ਉਹਨੂੰ ਵੇਖ ਕੇ ਕੀ ਕਰਨ, ਵਾਹ ਵਾਹ ਕਰਨ। ਔਰ ਤਾਂ ਵੇਖਿਆ ਵੀ ਦਾ ਸੇਮ ਕਨਸੈਪਟ ਮਾਈਂਡਸੈਟ ਖੁਦਾਵੰਦ ਯਿਸੂ ਮਸੀਹ ਨੇ ਰਿਲੀਜੀਅਸ ਐਲੀਟ ਨੂੰ ਵੀ ਇਸੇ ਗੱਲ ਤੇ ਯਿਸੂ ਨੇ ਹਿਪੋਕ੍ਰਿਟ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਚਾਹੁੰਦੇ ਹੋ ਕਿ ਲੋਕੀ ਤੁਹਾਡੀ ਵੇਖ ਕੇ ਤੁਹਾਡੀ ਵਾਹ ਵਾਹ ਕਰਨ, ਤੁਹਾਡੀ ਰਾਸਤਬਾਜ਼ੀ ਦੇ ਕੰਮ ਲੋਕੀ ਵੇਖਣ। ਸੋ ਦਿਸ ਇਜ਼ ਅ ਸਿਨ। ਸੋ ਜੋ ਭਲਾਈ ਕਰਨਾ, बदी करना नहीं, जो भलाई करना जानता है और नहीं करता, उसके लिए ये क्या है, गुनाह है। सो जिन्हें लोग सुन रहे ने, गुनाह सिर्फ है ही नहीं है जो 10 हुक्म ना मनो तो जनाब किसी चोरी चकारी कर दो, किसी हरामकारी कर दो, चोरी कर दो, गुनाह कर दो, ऐबजी करो। नो, these are not only what you are doing by deeds or by thought, but what you are not doing is also a sin. So ਇੱਥੇ ਜ਼ਬੂਰ ਨਵੀਸ ਦਾਊਦ ਪਹਿਲੀਆਂ 4 ਆਇਤਾਂ ਦੇ ਵਿੱਚ ਇਸ ਕਨਸੈਪਟ ਨੂੰ ਇਲੈਬੋਰੇਟ ਕਰਨ ਡਿਆ ਵੇ। ਓਕੇ ਜੀ, ਜਿਹੜਾ ਵੇ ਨਾ ਇਹਦੇ ਵਿੱਚ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਜਿਹੜੀ ਪਰਸੋਨੀਫਿਕੇਸ਼ਨ है शरीर दी, शरारत दी, वो की है? आंदा जी, मेरे दिल में ख्याल आता है खुदावंद का खौफ, उसके नज़र अखा, ठीक है, अपने नज़र में अखा आ गया वे, उसकी बदी नात फाश होगी मकरू, उसका मुंह आ गया, अखा आ गई, मुंह आ गया, दस्तबरदार बिस्तर पर पड़ा बदी के मंसूबे, ऐसी राह वॉक आ गई,
और थॉट आ गए, वो बदी से नफरत नहीं करता। हाँ वेख्या जी कि पूरा इन परसोनिफिकेशन है, एक बंदे का पूरा बॉडी इमेजेस यूज करके ਤੇ ਉਹਦੀ ਇੰਪਰਸੋਨੀਫਿਕੇਸ਼ਨ ਨੂੰ ਦੱਸਿਆ ਗਿਆ ਵੇ। ਸੋ ਦਿਸ ਇਜ਼ ਦਾ ਡੈਫੀਨੇਸ਼ਨ ਆਫ ਡਿਪਰੈਵਿਟੀ, ਦਾ ਟੋਟਲ ਡਿਪਰੈਵਿਟੀ ਆਫ ਹਿਊਮਨ ਹਾਰਟ, ਜਿਹੜਾ ਵਿੱਚ ਇੱਥੇ ਇਹਨੂੰ ਗੱਲ ਕੀਤੀ ਗਈ ਹੈ। ਸੋ ਦੈਟ ਇਜ਼ ਪੋਰਟਰੇ ਆਫ ਦਾ ਵਿਕਟਨੈਸ। ਪਹਿਲੀਆਂ 4 ਆਇਤਾਂ ਜਿਹੜੀਆਂ ਨੇ ਉਹਨੂੰ ਪੇਸ਼ ਕਰਦੀਆਂ ਨੇ। ਓਕੇ ਜੀ, ਜਿਹੜੀਆਂ 5 ਤੋਂ 9 ਆਇਤਾਂ ਨੇ, ਦਿਸ ਇਜ਼ ਅ ਪ੍ਰੋਕਲੇਮੇਸ਼ਨ ਆਫ ਡਿਵਾਈਨ ਐਟਰੀਬਿਊਟ। ਤੁਹਾਡੇ ਕੋਲ ਪੰਜਾਬੀ 'ਚ 5ਵੀਂ ਆਇਤ ਦਾ ਸਰਨਾਮਾ ਕੀ ਹੈ ਜੀ, ਜਰਾ ਪੜ੍ਹਿਓ। ਪਰਮੇਸ਼ਵਰ ਦੀ ਭਲਾਈ। ਪਰਮੇਸ਼ਵਰ ਦੀ ਭਲਾਈ, ਠੀਕ ਹੈ। ਅੰਕਲ ਜੀ ਤੁਹਾਡੇ ਕੋਲ ਵੀ ਤਾਂ ਸਰਨਾਮਾ ਹੈ ਜਾਂ ਨਹੀਂ ਹੈ? ਇਹਦੇ ਤੇ ਹਾਂਜੀ, ਉਰਦੂ 'ਚ ਵੀ ਨਹੀਂ ਹੈ, ਉਰਦੂ ਬਾਈਬਲ 'ਚ ਵੀ ਨਹੀਂ ਹੈ। ਸੋ ਪੰਜਾਬੀ ਜਿਹੜੀ ਸਿਸਟਰ ਜੋਤੀ ਕੋਲ ਹੈ, ਉਹਦੇ ਵਿੱਚ ਉਹਨਾਂ ਇਸ ਡਿਵੀਜ਼ਨ ਨੂੰ ਪ੍ਰੋਪਰ ਟਾਈਟਲ ਦਿੱਤਾ ਹੋਇਆ, ਪ੍ਰਭੂ ਦੀ ਭਲਾਈ। ਸੋ ਮੈਂ ਉਹਨੂੰ ਨਾਂ ਦਿੱਤਾ ਵਾ ਜੀ, ਕਿਉਂਕਿ ਮੈਂ ਉਹਨੂੰ 3 P ਤੇ ਡਿਵਾਈਡ ਕੀਤਾ ਪੂਰੇ ਸੈਕਸ਼ਨ ਨੂੰ। ਪੋਰਟਰੇ ਆਫ ਦਾ ਵਿਕਟਨੈਸ, ਫਸਟ P, ਸੈਕੰਡ P ਪ੍ਰੋਕਲੇਮੇਸ਼ਨ ਆਫ ਡਿਵਾਈਨ ਐਟਰੀਬਿਊਟਸ, ਜਿਹੜੀਆਂ ਇਲਾਹੀ ਸਿਫਤਾਂ ਨੇ ਉਹਨੂੰ ਬਿਆਨ ਕੀਤਾ ਗਿਆ ਵੇ। ਔਰ ਉਹ ਸਿਫਤਾਂ ਕਿਹੜੀਆਂ ਨੇ? ਬਲਕਿ ਬਜਾਏ ਇਹਨੂੰ ਪਹਿਲਾਂ ਪੜ੍ਹਨ ਦੇ, ਸੈਕੰਡ ਪਾਰਟ ਜਿਹੜਾ ਵੇ ਉਹ ਚੌਹਾਨ ਸਾਹਿਬ ਨੇ ਇਹਦਾ ਤਿਆਰ ਕੀਤਾ ਹੋਇਆ ਵੇ, ਜਿਹੜਾ 1908 ਜ਼ਬੂਰ ਤੋਂ। ਚੌਹਾਨ ਸਾਹਿਬ ਦਾ ਸੈਕੰਡ ਪਾਰਟ ਗਾਓ ਹਾਂ ਕਿਵੇਂ? ਮੈਂ ਜੀ ਮੈਨੂੰ 1 ਮਿੰਟ ਦੇਣਾ। ਠੀਕ ਹੈ, ਉਹਨੇ ਚਿਰ ਨੂੰ ਨਾ, ਹਾਂ ਤੁਸੀਂ ਕੱਢ ਲਓ। ਤੇ ਉਹਨੇ ਚਿਰ ਨੂੰ ਗਿਣਤੀ ਦੀ ਕਿਤਾਬ 6 ਬਾਬ ਤੇ ਉਹਦੀ ਜ਼ਰਾ 5 ਆਇਤ, 6 ਬਾਬ ਕੱਢ ਲਓ ਜੀ ਜ਼ਰਾ, ਗਿਣਤੀ ਨੰਬਰਸ। ਹਾਂਜੀ, ਗਿਣਤੀ ਉਹਦਾ 6 ਬਾਬ। ਹਾਂਜੀ ਹਾਲੇ ਪੜ੍ਹਨਾ ਨਹੀਂ ਅੰਕਲ ਜੀ, ਠਹਿਰਿਓ। ਅੱਛਾ ਜੀ। ਸੋ ਜ਼ਬੂਰ 36 ਦਾ ਦੂਸਰਾ ਹਿੱਸਾ। ਖੁਦਾਇਆ ਆਸਮਾਨਾਂ ਤੇ ਤੇਰੀ ਰਹਿਮਤ ਭਾਰੀ ਹੈ। ਇਹਦੀ ਟਿਊਨ ਦੁਬਾਰਾ ਤੋਂ ਯਾਨੀ ਕਿ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਜਿਹੜੀ ਟਿਊਨ ਛਪੀ ਹੈ ਉਹਦੇ ਤੋਂ ਮੈਂ ਗਾ ਕੇ ਸੁਣਾ ਰਿਹਾ। ਖੁਦਾਇਆ ਆਸਮਾਨਾਂ ਤੇ ਤੇਰੀ ਇਹ ਰਹਿਮਤ ਭਾਰੀ ਹੈ, ਤੇ ਬਦਲਾਂ ਤੀਕਰ ਆ ਪਹੁੰਚੀ तेरी ये वफादारी है। खुदाया तेरी सच्चाई है पर्वत वांग जो भारा है। नेहा तेरा है अत ढूंगा, तू सबका पालनहारा है। खुदाया आसमाना ते तेरी ये रहमत भारी है, ते बदलाती कर आ पहुंची तेरी ये वफादारी है। ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਅੱਜ ਦੀ ਐਪੀਸੋਡ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਚੌਹਾਨ ਸਾਹਿਬ ਨੂੰ ਦੱਸ ਰਿਹਾ ਹਾਂ ਕਿ ਇਹਨਾਂ ਜਦੋਂ ਮੈਨੂੰ ਸਵੇਰ ਰਿਕਾਰਡਿੰਗ ਜਦੋਂ ਮੈਨੂੰ ਕੱਲੀ, ਤੇ ਮੇਰੇ ਜ਼ਿਹਨ ਵਿੱਚ ਨਾ ਪਤਾ ਨਹੀਂ ਕਿਹੜੇ ਜ਼ਮਾਨੇ ਦਾ ਮੈਂ ਇੱਕ ਜ਼ਬੂਰ ਸੁਣਿਆ ਸੀ, ਤੇ ਮੈਨੂੰ ਯਾਦ ਆਇਆ ਕਿ ਉਹ ਤੇ ਇਹ ਹੀ ਜ਼ਬੂਰ ਸੀ। ਉਹ ਸ਼ਾਇਦ ਮਹਿਨਾਜ਼ ਬੇਗਮ ਨੇ ਜਾਂ ਨਾਹੀਦ ਅਖਤਰ ਨੇ ਗਾਇਆ ਵੇ, ਔਰ ਸੇਮ ਵਰਡਿੰਗ ਹੈ। ਮੈਂ ਚੂँकि ਸਿੰਗਰ ਨਹੀਂ ਹੈ, ਮੇਰੀ ਆਵਾਜ਼ ਚੌਹਾਨ ਸਾਹਿਬ ਵਰਗੀ ਅੱਛੀ ਤਾਂ ਨਹੀਂ ਹੈ, ਬਟ ਆਈ ਟਰਾਈ ਕਿ ਜਿਹੜਾ ਵੇ ਨਾ ਉਹਦੀ ਮੈਂ ਟਿਊਨ ਤੁਹਾਨੂੰ ਸੁਣਾ ਸਕਾਂ। ਅਗਰ ਤੁਹਾਨੂੰ ਮੌਕਾ ਮਿਲੇ YouTube ਤੇ ਇਹ ਜ਼ਰੂਰ ਲੱਭਿਓ। ਉਹਵੇ ਜਿਹੜੀ ਮੈਂ ਸੁਣੀ ਮੇਰੇ ਜ਼ਿਹਨ ਸਵੇਰ ਦੀ ਘੁੰਮਣ ਗਈ ਸੀ, ਸੇਮ ਵਰਡਿੰਗ ਜਿਹੜੀ ਐ ਜ਼ਬੂਰ ਦੀ, ਉਹ ਇੰਝ ਸੀ। ਯਹੋਵਾ ਆਸਮਾਨਾਂ ਤੇ ਤੇਰੀ ਏ ਰਹਿਮਤ ਭਾਰੀ ਏ। ਯਹੋਵਾ ਆਸਮਾਨਾਂ ਤੋਂ ਤੇਰੀ ਏ ਰਹਿਮਤ ਭਾਰੀ ਏ, ਕਿ ਬਦਲਾਂ ਤੀਕਰ ਜਾ ਪਹੁੰਚੀ ਤੇਰੀ ਏ ਵਫਾਦਾਰੀ ਏ। ਯਹੋਵਾ ਆਸਮਾਨਾਂ ਤੋਂ ਤੇਰੀ ਏ ਰਹਿਮਤ ਭਾਰੀ ਏ। ਸੋ ਦੈਟ ਵਾਸ ਟਿਊਨ। ਸਵੇਰ ਤੋਂ ਘੁੰਮਣ ਦੀ ਮੈਂ ਲੱਭਣ ਦੀ ਬਹੁਤ ਬਹੁਤ ਅੱਛੀ ਆਵਾਜ਼ ਹੈ। ਅੱਛਾ, ਇੱਕ ਗੱਲ ਮੈਂ ਕਹਿਣਾ ਚਾਹਾਂਗਾ ਆਵਾਜ਼ ਦੇ ਉੱਤੇ। ਹਾਂਜੀ, ਕਿ ਮੈਂ ਜਦੋਂ ਬਚਪਨ ਚ ਮਸੀਕੀ ਸਿੱਖ ਰਿਹਾ ਸਾਂ ਤੇ ਮੇਰੇ ਮਾਮੂ ਜਿਨ੍ਹਾਂ ਕੋਲ ਮੈਂ ਸਿੱਖੀ, ਜਾਰਜ ਖਾਨ ਸਾਹਿਬ, ਉਹਨਾਂ ਨੇ ਪੁੱਛਿਆ, ਮਾਮੂ ਜੀ ਆਵਾਜ਼ ਅੱਛੀ ਕਿਸ ਤਰ੍ਹਾਂ ਹੋ ਸਕਦੀ ਹੈ? ਮਾਮੂ ਮੈਨੂੰ ਕਹਿਣ ਲੱਗੇ ਕਿ ਪੁੱਤਰ ਆਵਾਜ਼ ਉਹ ਹੁੰਦੀ ਹੈ ਜਿਹੜੀ ਖੁਦਾ ਨੇ ਦਿੱਤੀ ਹੈ। ਹਾਂ ਬਿਲਕੁਲ, ਉਹ ਅੱਛੀ ਹੀ ਹੁੰਦੀ ਹੈ। ਅਸਲ ਚ ਜਿਹੜੀ ਗਲਤ ਹੁੰਦੀ ਹੈ ਨਾ, ਉਹ ਸੁਰ ਹੁੰਦਾ।
ਸੁਰ ਠੀਕ ਹੋਏ ਤੇ ਜਿਹੜੀ ਮਰਜ਼ੀ ਆਵਾਜ਼ ਹੋਏ ਅੱਛਾ ਹੀ ਲੱਗੇਗਾ, ਹਾਂ ਬਿਲਕੁਲ ਤੇ ਸਹੀ ਜੇ ਸੁਰ ਖਰਾਬ ਹੋਏ ਤੇ ਜਿਹੜੀ ਮਰਜ਼ੀ ਆਵਾਜ਼ ਹੋਵੇ ਉਹ ਭੈੜਾ ਹੀ ਲੱਗੇਗਾ। ਪਤਾ ਲੱਗੇਗਾ। ਇਹ ਉਦੋਂ ਮੈਂ ਪਹਿਲੀ ਦਫਾ ਸਬਕ ਸਿੱਖਿਆ, ਇਸ ਵਾਸਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਬੜਾ ਅੱਛਾ ਗਾਇਆ, ਸੁਰ ਜਿਹੜੇ ਸਨ ਬਿਲਕੁਲ ਠੀਕ ਸਨ, ਔਰ ਆਵਾਜ਼ ਵੀ ਬੜੀ ਖੂਬਸੂਰਤ ਹੈ। ਸੋ ਵੈਰੀ ਨਾਈਸ, ਥੈਂਕ ਯੂ ਸੋ ਮਚ। ਚਲਾ ਜੀ, ਥੈਂਕ ਯੂ ਜੀ, ਇਹਨਾਂ ਨੂੰ ਰეკਮੈਂਡੇਸ਼ਨ ਮਿਲ ਗਈ ਹੈ, ਲੇਕਿਨ ਮੈਂ ਰਿਸਕ ਨਹੀਂ ਲਵਾਂਗਾ। ਪ੍ਰੋਫਾਈਲ ਓਕੇ ਜੀ। ਐਨੀਵੇ, ਸੋ ਜੀ ਅਸੀਂ ਪਹੁੰਚੇ ਹਾਂ ਜੀ ਸੈਕੰਡ ਪਾਰਟ, ਔਰ ਤੁਸੀਂ ਵੇਖੋਗੇ ਜਿਹੜਾ ਇੱਥੇ ਕਨਸੈਪਟਸ ਨੇ ਖੁਦਾ ਦੀ ਜ਼ਾਤ ਦੇ ਬਾਰੇ ਚ, ਵਾਟ ਦੇ ਆਰ। ਖੁਦਾਵੰਦ ਦਾ ਅਸਮਾਨ में तेरी शफकत है, तेरी वफादारी अफलाक तक। ਤੁਸੀਂ ਇੱਕ ਚੀਜ਼ ਨੋਟ ਕਰੋਗੇ ਇਹਦੇ ਵਿੱਚ ਕਿ ਜਿਹੜਾ ਕ੍ਰੀਏਟਿਵ ਆਰਡਰ ਹੈ ਨਾ, ਜਿਹੜਾ ਕ੍ਰੀਏਸ਼ਨ ਤੁਸੀਂ ਤੇ ਨਜ਼ਰ ਆਏਗੀ ਤੁਹਾਨੂੰ, ਕਿ ਸਿਰਫ ਹਿਊਮਨ ਸ਼ਾਮਲ ਨਹੀਂ ਨੇ ਖੁਦਾ ਦੀ ਪਰਵਰਦਗਾਰੀ, ਖੁਦਾ ਦੀ ਪ੍ਰੋਟੈਕਸ਼ਨ ਦੇ ਵਿੱਚ। ਪਹਾੜ ਜਿਹੜਾ ਕ੍ਰੀਏਟਿਵ ਆਰਡਰ ਹੈ, ਜਿਹੜਾ ਇਕੋਲੋਜੀ ਹੈ ਜਿਹੜੀ ਸਾਡੀ ਨਾ, ਇਕੋਸਿਸਟਮ ਜਿਹੜਾ ਵੇ, ਪਹਾੜ ਨੇ ਉਹਦੇ ਵਿੱਚ, ਅਸਮਾਨ ਨੇ, ਜ਼ਮੀਨ ਨੇ ਇਰਦ ਗਿਰਦ ਦੀ, ਤੁਸੀਂ ਇਹ ਵੇਖੋਗੇ ਕਿ ਹਰ ਇੱਕ ਦਾ ਜ਼ਿਕਰ ਹੈ। ਸੋ ਜਿਹੜਾ ਖੁਦਾ ਦੀ ਕ੍ਰੀਏਸ਼ਨ, ਖੁਦਾ ਦੀ ਤਵੱਜੋ, ਖੁਦਾ ਦੀ ਨਿਗਾਹ ਜਿਹੜੀ ਹੈ ਉਹ ਜ਼ਮੀਨ ਦੇ ਉੱਤੇ ਸਿਰਫ ਇਨਸਾਨ ਨਹੀਂ ਨੇ, ਇਨਸਾਨਾਂ ਦੇ ਨਾਲ ਖੁਦਾ ਦੀ ਬਣਾਈ ਹੋਈ ਹਰ ਚੀਜ਼ ਜਿਹੜੀ ਹੈ ਖੁਦਾ ਉਹਨੂੰ ਪ੍ਰੋਟੈਕਟ ਕਰਦਾ ਵੇ, ਔਰ ਇਨਸਾਨਾਂ ਨੂੰ ਉਹ ਪ੍ਰੋਟੈਕਸ਼ਨ ਦੇ ਜਿਹੜਾ ਮੈਂਡੇਟ ਦਿੱਤਾ ਗਿਆ ਵੇ, ਖੁਦਾ ਦਾ ਇਮੇਜ ਹੁੰਦਿਆਂ ਹੋਇਆ ਇਨਸਾਨਾਂ ਦੇ ਅੰਦਰ, ਖੁਦਾ ਦੀ ਖਾਸੀਅਤ ਹੁੰਦਿਆਂ ਹੋਇਆ ਇਨਸਾਨ ਦੇ ਅੰਦਰ। ਔਰ ਤੁਸੀਂ ਵੇਖੋਗੇ ਕਿ ਤੇਰੇ ਅਹਿਕਾਮ ਨਿਹਾਇਤ ਅਮੀਕ ਹੈ। ਔਰ ਜਿਹੜੀ ਅਗਲੀ ਆਇਤ ਨਾ ਵੇਖੋ, ਕਹਿੰਦੇ ਐ ਖੁਦਾਵੰਦ ਤੂੰ ਇਨਸਾਨ ਔਰ ਹੈਵਾਨ ਦੋਨੋਂ को महफूज रखता है। हेयर यू गो। ਅਸੀਂ ਕਹਿੰਦੇ ਹਾਂ ਜੀ ਵੈਸਟਰਨ ਵਰਲਡ ਜਿਹੜੀ ਹੈ ਉਹ ਜਨਾਬ ਜਾਨਵਰਾਂ ਦਾ ਬੜਾ ਕਰਦੀ ਹੈ। ਲੋਕਾਂ ਨੇ ਕੁੱਤੇ ਬੱਚਿਆਂ ਵਾਂਗੂ ਪਾਲੇ ਹੁੰਦੇ ਨੇ, ਔਰ ਬਿੱਲੀਆਂ ਲੋਕਾਂ ਨੇ ਇੰਝ ਰੱਖੀਆਂ ਹੁੰਦੀਆਂ ਨੇ ਕਿ ਭਾਵੇਂ ਬਾਲ ਬੱਚਾ ਹੋਏ ਜਾਂ ਨਾ ਆਇਓ। ਔਰ ਇਸੇ ਲਈ ਤੇ ਉਹ ਮੈਨੂੰ ਕੁੱਤਿਆਂ ਤੋਂ ਮੈਨੂੰ ਯਾਦ ਆ ਗਿਆ ਵੀ ਹੈਵਾਨ ਤੋਂ ਇੱਕ ਪੋਇਟਰੀ ਯਾਦ ਆ ਗਈ, ਬੜੀ ਪੁਰਾਣੀ ਪੋਇਟਰੀ ਸੀ, ਬਟ ਆਈ ਐਮ ਨਾਟ ਗੋਇੰਗ ਟੂ ਦੈਟ ਸਾਈਡ। ਜਿਹੜੀ ਮੈਂ ਗੱਲ ਕਰਨਾ ਚਾਹ ਰਿਹਾ ਹਾਂ ਉਹ ਇਹ ਕਿ ਜਿਹੜੇ ਜ਼ਮੀਨ 'ਤੇ ਜਾਨਵਰ ਨੇ, ਤੁਸੀਂ ਵੇਖੋ ਕਿ ਆਦਮ ਨੂੰ ਖੁਦਾ ਨੇ ਇਖਤਿਆਰ ਦਿੱਤਾ ਕਿ ਉਹਨਾਂ ਦਾ ਕੀ ਰੱਖੇ, ਨਾ ਰੱਖੇ। ਔਰ ਨਾ ਰੱਖਣ ਦਾ ਮਤਲਬ ਕੀ ਹੁੰਦਾ ਸੀ ਕਿ ਯੂ ਹੈਵ ਅਥਾਰਟੀ ਐਂਡ ਡੋਮੀਨੀਅਨ ਓਵਰ ਟੂ ਦੈਮ। ਤੁਸੀਂ ਜਦੋਂ ਕਿਸੇ ਦਾ ਨਾਂ ਰੱਖਦੇ ਹੋ, ਯੂ ਓ ਦੈਟ ਥਿੰਗ। ਤੁਹਾਡੀ ਅਥਾਰਟੀ, ਤੁਹਾਡੀ ਪਾਵਰ, ਤੁਹਾਡਾ ਇਖਤਿਆਰ ਪਰ ਤੋਂ ਕੰਮ ਕਰਦਾ ਵੇ। ਇੱਥੇ ਜ਼ਬੂਰ ਨੂੰ ਵੀ ਸਾਨੂੰ ਯਾਦ ਦਿਲਾ ਰਿਹਾ ਵੇ ਕਿ ਤੂੰ ਇਨਸਾਨ ਔਰ ਹੈਵਾਨ ਦੋਨੋਂ ਕੋ। ਇਹ ਜ਼ਰਾ ਆਇਤ ਪੜ੍ਹਿਓ ਪੰਜਾਬੀ 'ਚ ਕੀ ਮੈਂ ਵੇਖਣਾ ਚਾਹ ਰਿਹਾ, ਫਿਰ ਮੈਂ ਤੁਹਾਨੂੰ ਇੱਕ ਕਨਸੈਪਟ ਦੱਸਾਂਗਾ ਅਗਸਟਿਨ ਦਾ ਇਸ ਆਇਤ ਦੇ ਬਾਰੇ ਕੀ ਸੀ। ਕਿੰਨਵੀਂ ਆਇਤ ਪਾਸਟਰ ਜੀ? 6ਵੀਂ ਆਇਤ। ਤੇਰਾ ਧਰਮ ਪਰਮੇਸ਼ਵਰ ਦੇ ਪਰਬਤਾਂ ਸਮਾਨ ਹੈ, ਤੇਰੇ ਨਿਆਂ ਵੱਡੀ ਡੂੰਘਾਈ ਵਾਲੇ ਹਨ। ਇਹ ਯਹੋਵਾ ਤੂੰ ਆਦਮੀ ਅਤੇ ਡੰਗਰ ਨੂੰ ਬਚਾਉਂਦਾ ਹੈ। ਓਕੇ, ਆਦਮੀ ਤੇ ਡੰਗਰ ਨੂੰ ਬਚਾਉਂਦਾ ਹੈ। ਤੁਹਾਡੇ ਕੋਲ ਕੀ ਹੈ ਜੀ ਪੰਜਾਬੀ 'ਚ? ਤੇਰਾ ਸੱਤ ਵੱਡੇ ਪਹਾੜਾਂ ਦੀ ਤਰ੍ਹਾਂ ਹੈ ਅਤੇ ਤੇਰਾ ਨਿਆਂ ਵੱਡੇ ਡੂੰਘੇ ਸਮੁੰਦਰਾਂ ਦੇ ਵਾਂਗ ਹੈ। हे ਪ੍ਰਭੂ, ਤੂੰ ਹੀ ਮਨੁੱਖ ਅਤੇ ਪਸ਼ੂ ਦੋਹਾਂ ਦੀ ਸੰਭਾਲ ਕਰਦਾ ਹੈ। ਸੰਭਾਲ ਕਰਦਾ ਹੈ। ਅੰਕਲ ਜੀ ਤੁਹਾਡੇ ਕੋਲ ਕੀ ਸੀ ਲਫ਼ਜ਼? ਬਚਾਉਂਦਾ ਹੈ। ਬਚਾਉਂਦਾ ਹੈ। ਸਾਡੇ ਕੋਲ ਮਹਿਫੂਜ਼ ਰੱਖਦਾ ਹੈ। ਓਕੇ, ਔਗਸਟਿਨ, ਸੇਂਟ ਔਗਸਟਿਨ ਜਿਹੜੇ ਹਨ ਨਾ, ਉਹਨਾਂ ਨੇ ਇਸ ਆਇਤ ਤੋਂ ਆਈਡੀਆ ਲਗਾਇਆ। ਐਂਡ ਵਾਟ ਹੀ ਮੋਟੀਵੇਟਡ ਔਗਸਟਿਨ ਆਫ ਹਿਪੋ ਜੀ, ਹੀ ਵਾਜ਼ ਚਰਚ ਫਾਦਰ ਚੌਥੀ ਸਦੀ ਦੇ ਵਿੱਚ। ਚੌਥੀ ਸਦੀ ਇਹਨੇ ਅੱਜ ਤੋਂ ਕੋਈ 1600 ਸਾਲ 17 ਸਾਲ ਪਹਿਲਾਂ ਅਰਲੀ ਚਰਚ ਫਾਦਰ ਦੇ ਵਿੱਚ ਔਗਸਟਿਨ ਜਿਹੜੇ ਹਨ ਉਹ ਕਹਿੰਦੇ ਨੇ ਕਿ ਜੀ ਜਿਹੜੀ ਇਹ ਆਇਤ ਹੈ ਜਿਹੜੀ ਇਹ ਐਕਚੁਅਲੀ ਪੇਸ਼ ਕਰਦੀ ਹੈ ਕਿ ਖੁਦਾ ਜਾਨਵਰਾਂ ਨੂੰ ਵੀ ਨਿਜਾਤ ਦੇ ਦੇਗਾ। ਇੰਟਰਸਟਿੰਗ ਥਾਟ, ਠੀਕ ਹੈ ਨਾ। ਜਿਹੜੀ ਸਲਵੇਸ਼ਨ ਹੈ ਜਾਂ ਜਿਹੜੀ ਵੀ ਖੁਦਾ ਆਪਣੀ ਪੂਰੀ ਕ੍ਰੀਏਸ਼ਨ ਨੂੰ ਜਦੋਂ ਬਚਾਏਗਾ, ਜਾਨਵਰ ਉਹਦੇ ਵਿੱਚੋਂ ਕਹਿੰਦਾ ਇਹਦੀ ਸ਼ਾਮਲ ਨੇ। ਐਂਡ ਦੈਟ ਔਨ ਬੇਸ ਆਫ ਦਿਸ ਵਰਸ ਉਹ ਕਹਿੰਦੇ ਨੇ ਕਿ ਖੁਦਾਵੰ ਜਾਨਵਰਾਂ ਨੂੰ ਤੇ ਇਨਸਾਨਾਂ ਨੂੰ ਦੋਵਾਂ ਨੂੰ ਕੀ ਰੱਖੇਗਾ, ਮਹਿਫੂਜ਼ ਰੱਖੇਗਾ, ਪਾਵਰਫੁਲ ਰੱਖੇਗਾ। ਓਕੇ ਜੀ, ਅੱਗੇ ਬਾਤ ਜੀ ਖੁਦਾ ਦੇ ਬਾਰੇ 'ਚ ਹੁਣ ਹੋਰ ਕੀ ਗੱਲ ਦੱਸਣ ਡਿਆ। तेरी शफकत बेशकीमत है, बनी आदम तेरे बाजुओं के साए में। पंजाबी च पढ़े तेरे परां दे साए दे विच की लेंदे ने, पनाह लेंदे ने। मैनूं लगदा वे कि खुदावन यसु मसीह ने ਇਹ ਜਿਹੜੀ ਆਇਤ ਹੈ ਇਹ ਜ਼ਿਹਨ 'ਚ ਰੱਖਦੇ ਹਾਂ। ਖੁਦਾ ਦੇ ਪਰ ਦੇ ਹੇਠਾਂ ਜ਼ਬੂਰ 91 ਹੀ ਗਾਣੇ ਆ, ਹੋਰ ਵੀ ਜਿਹੜਾ ਖੁਦਾ ਦੇ ਪਰਾਂ ਦਾ ਜ਼ਿਕਰ ਹੈ। ਯਿਸੂ ਮਸੀਹ ਨੇ ਇਹ ਇਮੇਜ ਯੂਜ਼ ਕੀਤਾ ਵੇ ਯਰੂਸ਼ਲਮ ਵਾਸਤੇ। ਤੁਹਾਨੂੰ ਯਾਦ ਹੋਏਗਾ ਯਿਸੂ ਮਸੀਹ ਸ਼ਾਹਾਨਾ ਦਾਖਲਾ ਜਿਹੜਾ ਹੋਇਆ ਪਾਮ ਸੰਡੇ ਨੂੰ ਅਸੀਂ ਸੈਲੀਬ੍ਰੇਟ ਕਰਨਾ। ਯਿਸੂ ਮਸੀਹ ਯਰੂਸ਼ਲਮ ਤੇ ਰੋਏ ਨੇ और उससे क्या वे कि जी मैंने बड़ा चाहा कि जिस तरह मुर्गी अपने बच्चों को परों तले क्या कर लेती है, जमा कर लेती है। सो साए में पनाह जी है वो खुदा दे परां साए च मिलती है। अगे ना वो तेरे घर की नेमतों से, जिथे ना चरबी साढ़े कोल तर्जमा उर्दू इत्थे थले आया। उर्दू ओरिजिनल वर्ड्स उन्होंने लिखी है नेमतों लफ्ज़, लेकिन थले रैफरेंस दे विच ना चरबी लिखिया आवे और पंजाबी च भी इत्थे लफ्ज़ चरबी हुई है, यानी ऐसी चीज़ जी कि फुल फैटड होए, यानी रज जाए बंदा जिस नाल, ठीक है ना। सो खुदा सानू की करदा वे, रजांदा वे। ना सिर्फ
ਭੁੱਖਿਆਂ ਨੇ ਸਾਡੇ ਖੂਬ ਆਸੂਦਾ ਹੋਣਗੇ। ਮਤਲਬ ਬੰਦਾ ਜਿਹਨੂੰ ਆਖੇ ਨਾ ਕਿ ਖਾ ਖਾ ਕੇ ਜਿਹਨੂੰ ਕਹਿੰਦਾ ਮਤਲਬ ਉਹਦੇ ਬਾਅਦ ਕਿਸੇ ਹੋਰ ਚੀਜ਼ ਦੀ ਲੋੜ ਹੀ ਨਾ ਰਵੇ, खूब आसूदा होंगे। तो उनको अपनी खुशनुदी के दरिया में से दो चीज़ें नोट की ने, फूड एंड रिवर सैटिस्फैक्शन। दुनिया च बड़े लोग ने वेख्या होगा लोगों की सैटिस्फैक्शन नहीं होंगी, वट एवर दे ईट, वट एवर दे वेयर, वट एवर दे हैव अ लाइफ स्टाइल, बट दे डोंट हैव सैटिस्फैक्शन। अच्छी तो अच्छी नौकरी होएगी, अच्छा तो अच्छा कार होएगा, लेकिन अंदर इत्मीनान और सुकून जो खुदा लो मिलता वे ना, वो अंदर नहीं होंदा। जैसा वेख्या वे कि बड़े बड़े लोग ने बड़ी सादा जिंदगी, बड़ा सादा जिहा काम होंदा वे, एंड जनाब उन्होंने अंदर कोई नट्ठा भजी नहीं होंदी, कोई प्रेशर नहीं होंदा, और बड़ी आसूदगी दे नाल सैटिस्फैक्शन लाइफ दे नाल जिंदगी गुजारदे। वाई? बिकॉज दे रिलाई अपॉन गॉड। मैं प्रोग्राम शुरू होने तो पहला असीं गल करन डए हाँ अंकल जोशुआ दे नाल। अंकल जोशुआ कह रहे जी कि मेरी सैलरीड तनख्वाह वे, तो मैं जो जाना वा तो फिर मैं तनख्वाह मेरी होंदी है, तो मैं चौहान साहब भी अपने जिक्र मैं भी दस्सन डया, मैं आख्या जी मैं इतफाक की गल है ਇੰਨੇ ਸਾਲਾਂ ਦੇ ਵਿੱਚ ਮੈਂ ਅੱਜ ਤੱਕ 9 to 5 ਜੌਬ ਨਹੀਂ ਕਰ ਸਕਿਆ ਕਿ ਬੰਨੀ ਬਣਾਈ ਸੈਲਰੀ ਹੋਏ, ਬਣਾ ਬਣਾਇਆ ਚੈੱਕ ਆਏ ਤਾਂ ਬੰਦਾ ਜੀ ਬੜਾ ਸੈਟਿਸਫਾਈ ਹੋ ਜਾਏ, ਕਿਉਂਕਿ ਪਤਾ ਤੁਹਾਨੂੰ ਮਹੀਨੇ ਦੇ ਮਹੀਨੇ ਬਿੱਲ ਵੀ ਪੇ ਹੋ ਜਾਣੇ ਨੇ, ਜੇ ਵੀ ਹੋ ਜਾਣਾ ਉਹ ਵੀ ਹੋ ਜਾਣਾ। ਮੈਂ ਕਿਹਾ ਅਨਸਰਟੇਨਟ ਲਾਈਫ ਹੀ ਹੈ, ਲੇਕਿਨ 15-20 ਸਾਲਾਂ ਤੋਂ ਖੁਦਾ ਨੇ ਐਸਾ ਕੋਈ ਕੰਮ ਕੀਤਾ ਹੋਇਆ ਵੇ ਕਿ ਵਿਦਾਊਟ ਹੈਵਿੰਗ ਐਨੀ ਸਿਕਿਉਰ ਜੌਬ ਐਂਡ ਸਿਕਿਉਰਡ ਸੈਲਰੀ, ਗॉड इज प्रोवाइडिंग एवरीथिंग। मतलब बियॉन्ड सोच और ख्याल तो वध के, मतलब दिस इज काइंड ऑफ मैं लगता है कि जो असं खुदा पर भरोसा रखना, वैदर वी आर डूइंग, मैं नहीं कहना कि नौकरियां ना करो, मेरी गल सुन के भावें नौकरियां ना छड्ड दिओ, नौकरियां करो। खुदा ने हर बंदे नूं हर जो ना अपने अपने खिदमत दी होंदी है, अपना अपना एरिया दिता होंदा वे। यू हैव योर कॉलिंग, माई हैव माइन कॉलिंग। सो इसलिए लिखा जी क्योंकि जिंदगी का चश्मा दरिया चश्मा तेरे पास है। 9वीं आयत बड़ी इंपॉर्टेंट है जी, दैट्स द हार्ट बीट ऑफ द साम। और की क्योंकि जिंदगी का चश्मा तेरे पास है, तेरे नूर की बदौलत हम रोशनी देखेंगे। दैट्स पावरफुल न्यूज़। क्योंकि तुसीं अगर वेखो कि रोशनी जिहड़ी वी ना, ਇਹ ਜਿਹੜੀ ਆਇਤ ਹੈ ਨਾ, ਜਿਹੜੀ ਕੋਲੰਬੀਆ ਯੂਨੀਵਰਸਿਟੀ ਹੈ, ਉਸ ਯੂਨੀਵਰਸਿਟੀ ਦੇ ਤੁਹਾਨੂੰ ਪਤਾ ਹਰ ਯੂਨੀਵਰਸਿਟੀ ਦਾ ਆਪਣਾ ਇੱਕ ਮੋਟੋ ਹੁੰਦਾ ਵੇ, ਠੀਕ ਹੈ ਨਾ। ਤੇ ਜਿਵੇਂ ਕੈਲਵਨ ਸੈਮਨਰੀ ਜਿਹੜੀ ਸਾਡੀ ਔਰ ਕੈਲਵਨ ਯੂਨੀਵਰਸਿਟੀ ਜਿਹੜੀ ਹੈ ਜਿੱਥੋਂ ਮੈਂ ਮਿਸ਼ੀਗਨ ਤੋਂ ਪੜ੍ਹਿਆ ਵਾਂ ਮਾਸਟਰਸ ਲਈ, ਉੱਥੇ ਤੁਸੀਂ ਵੇਖੋਗੇ ਕਿ ਉਹਨਾਂ ਦਾ ਵੇ ਜੌਨ ਕੈਲਵਨ ਦੀ ਆਇਤ ਹੈ, ਕੋਰੇ ਮੀਅਮ ਟੀਬੀ ਆਫਰ ਤੋਂ ਪ੍ਰੋਪਰ ਟੂ, ਐਂਡ ਉਹਦਾ ਤਰਜਮਾ ਹੈ ਵੇ ਕਿ ਖੁਦਾਵੰਦ ਮੈਂ ਆਪਣਾ ਦਿਲ ਤੇਰੇ ਸਾਹਮਣੇ ਰੱਖਣਾ ਵਾ ਪ੍ਰੋਪਰਲੀ ਐਂਡ ਸਿੰਸੈਰਿਟੀ, ਜਿਹੜਾ ਕਿ ਉਹਨੇ ਵੀ ਦਾਊਦ ਤੋਂ ਜ਼ਬੂਰਾਂ ਦੇ ਵਿੱਚੋਂ ਉਹਨੇ ਵੀ ਇਹ ਕਨਸੈਪਟ ਲਿਆ ਸੀ, ਜਿਹੜਾ ਲੈਟਿਨ ਵਿੱਚ ਬਿਆਨ ਕੀਤਾ। ਸੋ ਇਹ ਜਿਹੜੀ ਆਇਤ ਹੈ ਕੋਲੰਬੀਆ ਯੂਨੀਵਰਸਿਟੀ ਦਾ ਮੋਟੋ ਔਰ ਉਹ ਵੇ ਕੀ ਹੈ, ਤੇਰੇ ਨੂਰ ਕੀ ਬਦੌਲਤ ਹਮ ਰੋਸ਼ਨੀ देखेंगे। ठीक है। सो अगर पढ़ो ज़रा लाइट या रोशनी जी है बाइबल सानू दसदी है कि खुदा का कलाम है। ठीक है। यीशु मसीह ने कहा सी कि कलाम में लिखा कि तेरा कलाम मेरे कदमों के लिए चिराग और राह के लिए रोशनी है। दैट्स हाउ गॉड इंटरएक्ट विद अस, दैट्स हाउ गॉड शेड लाइट ऑन अस। यीशु मसीह ने कहा सी कि तुम दुनिया का नूर हो, जिसने कहा कि मैं दुनिया का नूर हूँ, आई एम द लाइट ऑफ द वर्ल्ड। लेकिन और लाइट है वो जो तुहाडे ते पएगी तो तुसी ओनू रिफ्लैक्ट करोगे एंड देन यू बिकम द लाइट ऑफ द वर्ल्ड। ठीक है। जसाया नबी कहता वे कि खुदा उन कौमें तेरे नूर की रोशनी में चलेंगी। असी सो चर्च जड़ा वे कलीसिया जी ईमानदार लोग जड़े ने इंडिविजुअली एंड कम्युनिटी दे आर लाइट ऑफ द वर्ल्ड। सो अगर साड़ी लिखा कि जो रोशनी तुझ में है याद कर कहीं वो तारीकी ना हो जाए, अन्ना ना हो जाए किले तू। ठीक है ना। याद है ना घट रोशनी जी है, ठीक है, वो भी ते तेज रोशनी जी है वो भी अखां नूं की कर देंदी है, चंदिया दिंदी है, नजर नहीं आता। सो देयर शुड बी अ सर्टेन डिस्टेंस एंड सर्टेन कंसिस्टेंसी जी है ना वो इंटेंसिटी दे विच होनी चाहिए है। इधर एक आयत पढ़ांगे, गिनती की किताब कढ़ो जिधर 6वां बाब और वो 25 आयत सानू लाइट के बारे खुदा दी रोशनी के बारे की दसदी है। गिनती की किताब दा 6 बाब ते 25 आयत। यहोवा अपने मुखड़े नू तेरे उत्ते चमकावे अते तेरे उत्ते दया करे। ठीक है जी। और वो दुआ सी जिहड़ी खुदा ने मूसा ते हारून नू कहा सी कि तुहां बनी इसराइल नू ब्लैसिंग, इनू एरोनिक ब्लैसिंग या प्रीस्टली ब्लैसिंग क्या। अंकल जी पूरी ब्लैसिंग पढ़ दो जरा 3 आयतां जिहड़ियां ने। यहोवा अपना मुखड़ा तेरी वल फेरे अते तेनू शांति देवे, इउं
ਉਹ ਮੇਰਾ ਨਾਮ ਇਸਰਾਈਲੀਆਂ ਉੱਤੇ ਰੱਖਣ ਅਤੇ ਮੈਂ ਉਹਨਾਂ ਨੂੰ ਬਰਕਤ ਦਿਆਂਗਾ। ਠੀਕ ਹੈ ਜੀ। ਸੋ ਖੁਦਾ ਦਾ ਚਿਹਰਾ, ਖੁਦਾਵੰਦ ਦਾ ਨੂਰ, ਉਹ ਖੁਦਾ ਦਾ ਕਲਾਮ ਹੈ ਜਿਹਦੇ ਵਸੀਲੇ ਖੁਦਾ ਸਾਡੇ ਨਾਲ ਗੱਲਬਾਤ ਕਰਦਾ ਵੇ, ਖੁਦਾ ਸਾਡੇ ਨਾਲ ਬੋਲਦਾ ਵੇ। दैट इज द लाइट। सो लिखा जी, तेरे पहचानने वालों पर 10वीं आयत, तेरी शफकत दायमी हो और रात दिनों पर तेरी सदाकत। सो ये दो चीज़ां, खुदावंद दी शफकत ते खुदावंद दी सदाकत, खुदावंद दी सच्चाई ਤੇ ਖੁਦਾਵੰਦ ਦੀ ਭਲਾਈ ਜਿਹੜੀ ਹੈ ਨਾ, ਉਹ ਕਹਿੰਦਾ ਕਿ ਤੇਰੇ ਲੋਕਾਂ ਦੇ ਉੱਤੇ ਰਵੇ, ਜਿਹੜੇ ਲੋਕੀ ਤੈਨੂੰ ਪਹਿਚਾਨਦੇ ਨੇ, ਮਤਲਬ ਦੋਜ਼ ਹੂ ਨੋ ਯੂ। ਠੀਕ ਹੈ ਨਾ। ਯਿਸੂ ਮਸੀਹ ਨੇ सामूही औरत में आया क्या सी, तुम जिसे नहीं जानते तुम उसकी क्या करते हो, परस्त। हम जिसे जानते हैं, सो नोइंग गॉड, खुदा दे कलाम नू जानना और कलाम दे वसीले खुदा दी ज़ात नू पहचाना, दैट इज़ द प्राइमरी पर्पस, टू मेक नोन। ना सिर्फ आप ही जानना, फिर खुदा दे नाम नू दुनिया सामने बयान करना कि खुदा दा नाम दुनिया जाने दे कि खुदा कौन है। एंड दैट्स हाउ वी शेड लाइट। साडी लाइफ स्टाइल, साडे कम अगर असी भलाई करना जानने और नहीं करते, it means we are bearing God's name to known to other people। ठीक है। एंड जी होर बड़े काम ने जिहदे जरिए अगर असी खैरात करना जानने हैं, अगर असी खुदा दी खिदमत करना जानने हैं, अगर असी खुदा दे काम लई कंट्रीब्यूट करना जानने हैं, इफ वी डोंट डू वी आर सिनिंग। और इत्थे कह रहा है दोज हु नो यू, खुदावंद उन्हां दे तेरी लाइट, तेरी शफकत उन्हां ते चमकनी चाहिए। और 11वीं और 12वीं आयत तो वेख्या जी, दिस इज अ प्रेयर और पटिशन, लास्ट पार्ट है। और इनू मैं दिता हुआ जी पटिशन ऑफ प्रोटेक्शन। सो 3P आ गए साढ़े को। नंबर 1 पहलियां 4 आयतां, पोर्ट्रे ऑफ द विकेडनेस। नंबर 2 प्रोक्लेमेशन ऑफ डिवाइन एट्रीब्यूट्स। एंड नंबर 3 पटिशन ऑफ प्रोटेक्शन। ठीक है जी। और वो की है, मगरूर आदमी मुझ पर लात ना उठाने पाए, शरीर का हाथ मुझे हाँक ना दे। ठीक है। बद किरदार वहां गिरे पड़े हैं, वो गिरा दिए गए हैं, फिर उठ ना सकेंगे। तो दिस इज अ कंट्रास्ट, शरीर और खुदा दे लोग। अगेन वंस अगेन दिस इज अ कंट्रास्ट बिटवीन गॉड्स चोजन वन एंड गॉड्स प्रोटेक्टेड पीपल। खुदावंद सानू सारियां नू ना सिर्फ है कि खुदावंद दा खौफ रखन दा, बल्कि भलाई करना सानू सिखाए और असी खुदा नू जानिए, ताकि खुदा दा ना साडे कमां दे वसीले खुदा दी लाइट जिहड़ी है वो बाकी लोकां तक पहुंच सके। खुदावंद सानू सारियां नू इस कलाम दे वसीले बरकत दे। आमीन। आमीन। ਥੈਂਕ ਯੂ ਪਾਸਟਰ ਜੀ ਸਾਨੂੰ ਅੱਜ ਦਾ ਵਚਨ ਦੇਣ ਦੇ ਲਈ। ਤੇ ਹੁਣ ਮੈਂ ਰਿਕੁਐਸਟ ਕਰੂੰਗੀ ਕਾਸ਼ਿਫ ਜੀ ਨੂੰ ਕਿ ਕੋਈ लास्ट वर्ड समझ नहीं आया मैनू। रिफ्लेक्शन। इस ज़बूर दे अंदर जड़ा दाऊद ने शरीर और ओदे तो ओदी सोच नू ज़ाहिर कीता कि ओदे तो ओ नफरत रखदा है और ओदे तो बचण दी गुजारिश करता है। ये सिर्फ उस जमाने वास्ते या एक नबी वास्ते जरूरी नहीं, बल्कि हर आम आदमी वास्ते भी जरूरी है, क्योंकि बुराई एक बाहर है लेकिन एक बंदे दे अंदर भी है, जेड़ी के कहंदा कि जी शरीरां दी शरारत ते गौर करना मैं ओ इस वास्ते कि किते मेरे अंदर भी ते ऐसी शरारत नहीं की पर्पस की है। क्या ये है कि ओदे ते क्रिटिसाइज किया जाए, ओदी बदी नू देख के ये सोचा जाए कि भी बुराई है तो ओदे ते लानत मलामत की जाए। हाँ करनी चाहिए ताकि उन्हें रोकया जा सके, लेकिन उस तो भी ज्यादा जरूरी ये है कि अगर कोई बदी करता है तो बंदा उस तो पहले अपने अंदर देखे कि क्या मैं भी यही काम तो नहीं करता जिससे तो मैं नफरत रखना किते जाने या अनजाने, मैं भी तो यही नहीं करता। इस वास्ते मसीह ने फरमाया कि पहले अपनी आंख के शतीर को निकाल, फिर अपने भाई के आंख के तिनके पर नजर कर। तो ये इस वास्ते है कि किसी दे उत्ते या किसी दी गलती दे उत्ते या किसी दी शरारत दे उत्ते नोक झोंक या ओदे ते क्रिटिसाइज करन तो पहले जरूरी है कि असी ये वेखिए कि किते एही बदकारी जड़ी कि नहीं होनी चाहिए वो साडे अपने अंदर तो नहीं। ये मैसेज मैं इस सबूत को लेना। थैंक यू काशिफ जी।
तो मैं रिक्वेस्ट करूंगी ज्योति जी ने कि वो इस रिफ्लेक्शन दें। और फिर सारे जय मसीह दी। ਜਿਹੜਾ ਇਹ ਜ਼ਬੂਰ ਹੈ, ਜਿਸ ਤਰ੍ਹਾਂ ਪਾਸਟਰ ਜੀ ਨੇ ਸਾਨੂੰ ਦੱਸਿਆ ਹੈ ਕਿ ਵਾਕਈ ਬੜਾ ਪਾਵਰਫੁਲ ਜ਼ਬੂਰ ਹੈ, ਔਰ ਇਸ ਵਿੱਚ ਦੋ ਤਰ੍ਹਾਂ ਦੇ ਇਨਸਾਨਾਂ ਦੀ ਗੱਲ ਕੀਤੀ ਗਈ ਹੈ। ਜਿਹੜਾ ਪਹਿਲਾ ਹੈ ਉਹ ਮਾੜੇ ਚੰਗੇ ਬੁਰੇ ਮਨੁੱਖ ਲਈ, ਔਰ ਦੂਸਰਾ ਜਿਹੜਾ ਹੈ ਉਹ ਚੰਗੇ ਮਨੁੱਖ ਲਈ। ਬਾਕੀ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੈ, ਜਿਹੜੇ ਇੱਕ ਤੇ ਬਿਲਕੁਲ ਖੁਦਾ ਨੂੰ ਨਾ ਮੰਨਣ ਵਾਲੇ ਲੋਕ, ਜਿਹੜੇ ਚਾਹੇ ਜਿੰਨਾ ਵੀ ਮਰਜ਼ੀ ਉਹਨਾਂ ਨੂੰ ਸਮਝ ਲਓ ਜਾਂ ਸੁਣਾ ਲਓ, ਪਰ ਉਹ ਇਸ ਖੁਦਾ ਦੇ ਉੱਤੇ ਨਾ ਚੱਲਣ ਵਾਲੇ ਲੋਕ ਹਨ, ਜਿਹੜਾ ਹਮੇਸ਼ਾ ਆਪਣੇ ਔਰ ਆਪਣੇ ਜਾਣਨ ਵਾਲਿਆਂ ਲਈ ਜਾਂ ਆਪਣੇ ਲੋਕਾਂ ਲਈ, ਕਿ ਜੋ ਸੋਚਦੇ ਹਨ ਕਿ ਅਸੀਂ ਹਾਂ, ਬਾਕੀ ਬੁਰਾਈ ਦੇ ਵੱਲ ਜ਼ਿਆਦਾ ਉਹਨਾਂ ਦਾ ਧਿਆਨ ਹੁੰਦਾ ਹੈ, ਕਿ ਬੁਰੀਆਂ ਗੱਲਾਂ ਸੋਚਣਾ, ਔਰ ਹਰ ਵੇਲੇ ਕੋਈ ਨਾ ਕੋਈ ਇਹ ਸੋਚ ਰੱਖਣੀ ਕਿ ਦੂਸਰੇ ਨੂੰ ਕਿਸ ਤਰ੍ਹਾਂ ਤੁਸੀਂ ਨੀਚਾ ਦਿਖਾ ਸਕਦੇ ਹੋ। ਇਹ ਖੁਦਾਵੰਦ ਨੇ ਕਿਹਾ, ਜਿਸ ਤਰ੍ਹਾਂ ਦਾਊਦ ਨੇ ਲਿਖਿਆ ਹੈ ਕਿ ਖੁਦਾਵੰਦ ਨੇ ਇਹਨਾਂ ਲੋਕਾਂ ਨੂੰ ਪ੍ਰਭੂ ਨਹੀਂ ਪਸੰਦ ਕਰਦਾ, ਜੋ ਦੋ ਦਿਲੇ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਜੋ ਉੱਤੋਂ ਤਾਂ ਕੁਛ ਹੋਰ ਹੁੰਦੇ ਹਨ, ਪਰ ਵਿੱਚੋਂ ਕੁਛ ਹੋਰ ਹੁੰਦੇ ਹਨ। ਬੁਰਾਈ, ਹਮੇਸ਼ਾ ਬੁਰਾਈ ਵੱਲ ਦੇਖਣਾ, ਬੁਰਾਈ ਕਰਨੀ ਔਰ ਬੁਰਾਈ ਬਾਰੇ ਹੀ ਸੋਚਣਾ। ਪਰ ਇਹਦੇ ਬਾਰੇ ਨਾ ਜ਼ਿਆਦਾ ਜਾਂਦੇ ਹੋਏ ਮੈਨੂੰ ਇਹ ਪਹਿਲੀਆਂ ਜਿਹੜੀਆਂ 5 ਆਇਤਾਂ ਆ, 5ਵੀਂ 6ਵੀਂ 7ਵੀਂ, ਜਿਸ ਤਰ੍ਹਾਂ ਪਰਮੇਸ਼ਰ ਦੀ ਭਲਾਈ ਅਗਰ ਅਸੀਂ ਖੁਦਾ ਦੇ ਕੰਮਾਂ ਨੂੰ ਦੇਖੀਏ, ਔਰ ਇਸ ਵਿੱਚ ਜਿਸ ਤਰ੍ਹਾਂ ਜੈਨੇਸਿਸ ਦਾ ਆਪਾਂ ਪਹਿਲਾਂ ਦੇਖਦੇ ਹਾਂ ਚੈਪਟਰ, ਕਿ ਖੁਦਾਵੰਦ ਨੇ ਕਿਸ ਤਰ੍ਹਾਂ ਕ੍ਰੀਏਸ਼ਨ ਕੀਤੀ ਔਰ ਕਿਸ ਤਰ੍ਹਾਂ ਪ੍ਰਭੂ ਨੇ ਸਭ ਹੱਕ ਇਨਸਾਨ ਨੂੰ ਦਿੱਤੇ, ਕਿ ਉਹ ਜਿਸ ਤਰ੍ਹਾਂ ਪਾਸਟਰ ਜੀ ਨੇ ਵੀ ਦੱਸਿਆ ਕਿ ਉਹ ਹਰ ਜਾਨਵਰਾਂ ਦੇ ਨਾਂ ਰੱਖ ਸਕਦਾ ਸੀ, ਔਰ ਖੁਦਾ ਨੇ ਹਰ ਇੱਕ ਹੱਕ ਪ੍ਰਭੂ ਨੇ ਆਪਣੇ ਆਦਮ ਨੂੰ ਦਿੱਤਾ, ਕਿ ਉਹ ਆਪਣੇ ਹਿਸਾਬ ਦੇ ਨਾਲ ਸਾਰੀ ਕ੍ਰੀਏਸ਼ਨ ਦੇ ਤੌਰ ਤੇ ਜੋ ਵੀ ਖੁਦਾ ਨੇ ਬਣਾਇਆ ਉਸਨੂੰ ਸੰਭਾਲ ਸਕੇ, ਔਰ ਸਾਰਾ ਹੱਕ ਉਸਨੂੰ ਦਿੱਤਾ ਕਿ ਉਸਨੂੰ ਚਲਾ ਸਕੇ। ਖੁਦਾ ਨੇ ਸਭ ਉਹ ਸਾਰੇ ਹੱਕ ਸਾਡੇ ਲਈ ਵੀ ਰੱਖੇ ਹਨ, ਕਿ ਅਸੀਂ ਜਦੋਂ ਅਸੀਂ ਚੰਗਾ ਸੋਚਦੇ ਹਾਂ, ਚੰਗਾ ਹੀ ਸਾਰਿਆਂ ਲਈ ਸੋਚੀਏ, ਔਰ ਖੁਦਾ ਦੇ ਬਚਨਾਂ ਨੂੰ ਦੇਖਦੇ ਹੋਏ, ਜਿਸ ਤਰ੍ਹਾਂ ਇਹਨਾਂ ਆਇਤਾਂ ਵਿੱਚ ਲਿਖਿਆ ਹੈ, ਪ੍ਰਭੂ ਤੇਰੀ ਦਇਆ ਨਾਲ ਸਵਰਗ ਭਰਪੂਰ ਹੈ। ਬਾਕੀ ਖੁਦਾ ਨੇ ਐਸੀਆਂ ਚੀਜ਼ਾਂ ਬਣਾਈਆਂ ਜੋ ਸਾਡੇ ਲਈ ਹਨ, ਔਰ ਜਿਸਨੂੰ ਅਸੀਂ ਬਹੁਤ ਬਰਕਤ ਦੇ ਤੌਰ ਤੇ ਵੀ ਲੈਂਦੇ ਹਾਂ। ਜਦੋਂ ਅਸੀਂ ਖੁਦਾ ਦੇ ਵਿੱਚ ਬਹਿੰਦੇ ਹਾਂ, ਖੁਦਾ ਦੇ ਲੋਕਾਂ ਨਾਲ ਬਹਿੰਦੇ ਹਾਂ, ਚੰਗੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ, ਉਹ ਸਾਡੇ ਲਈ ਇੱਕ ਬਰਕਤ ਦਾ ਕਾਰਨ ਹੁੰਦੀਆਂ ਹਨ। ਮੇਰਾ ਜ਼ਿਆਦਾ ਮੈਂ ਨਹੀਂ ਇਸ ਵਿੱਚ ਮੈਂ ਅੱਜ ਕਹਾਂਗੀ, ਬਸ ਮੈਨੂੰ ਇਹ 4-5 ਆਇਤਾਂ ਬਹੁਤ ਅੱਛੀਆਂ ਲੱਗੀਆਂ, ਕਿ ਚੰਗਾ ਸੋਚੋ, ਚੰਗੇ ਲੋਕਾਂ ਨਾਲ ਬੈਠਣਾ ਉੱਠਾ, ਪ੍ਰਭੂ ਦੇ ਵਚਨ ਨੂੰ ਪੜ੍ਹੋ, ਪ੍ਰਭੂ ਦੇ ਵਚਨਾਂ ਨੂੰ ਦੇਖੋ, ਜਾਣੋ ਔਰ ਸੁਣੋ, ਔਰ ਖੁਦਾਵੰਦ ਦੇ ਵਚਨਾਂ ਤੇ ਚੱਲੋ। ਆਮੀਨ। ਥੈਂਕ ਯੂ ਜੋਤੀ ਜੀ, ਸਾਨੂੰ रिफ्लेक्शन देने ਲਈ। ਤੇ ਮੈਂ ਰਿਕਵੈਸਟ ਕਰੂੰਗੀ ਜੋਸ਼ੂਆ ਜੀ ਨੂੰ ਕਿ ਉਹ ਇਸ ਰਿਫਲੈਕਸ਼ਨ ਦੇਣ। तकरीबन सब ने बड़ा अच्छा बोलिया ते गुनाह दे बारे च ही है बई जेड़े विकेट लोग ने वो कई बारी करदे भी ने गुनाह ते उन्हां नूं पता भी हुंदा, मगर फिर भी उन्हां नूं उन्हां दे दिल दे विच खुदा दे लई डर नहीं हुंदा। ते डर जिहड़ा होना वो बहुत जरूरी है। बाकी असीं आम अपनी रोजाना दी जिंदगी दे विच भी कई अनजाने च गुनाह कर जांदे हैं, ते कई गुनाह हुंदे ने जिन्हां दा सानूं पता हुंदा भी हाँ भी ये वाकई च गुनाह है। ज्यादा मैं 5वीं ते 8वीं आयत दे विच है भी in contrast to evil people and their wicked plots and end in failure, God is faithful, righteous, and just. His love reaches to the heavens. His faithfulness reaches to the skies. His righteousness is as solid as mighty mountains, and his judgment are as full of wisdom as the ocean with water. We need not fear evil people because we know God loves us, judges evil, and will care for us throughout eternity. That's it. Thank you ਜੋਸ਼ੂਆ ਜੀ ਰਿਫਲੈਕਸ਼ਨ ਦੇਣ ਦੇ ਲਈ। ਤੇ ਹੁਣ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂਗੀ ਸਾਡੇ ਨਾਲ ਜੁੜਨ ਦੇ ਲਈ, ਸਾਡੇ ਨਾਲ ਇਸ ਵਚਨ ਤੇ ਪਾਸਟਰ ਜੀ ਨਾਲ ਰਲ ਕੇ ਸਾਨੂੰ ਇਸ ਵਚਨ ਦੇ ਵਿੱਚੋਂ ਸਿੱਖਣ ਦੇ ਵਿੱਚ ਸਾਡੇ ਨਾਲ ਤੁਸੀਂ ਰਹੇ। ਤੁਹਾਡਾ ਧੰਨਵਾਦ ਕਰਦੀ ਹਾਂ ਤੇ ਅਸੀਂ ਨੈਕਸਟ ਵੀਕ ਇਸੇ ਸਮੇਂ ਇਸੇ ਟਾਈਮ ਤੁਹਾਨੂੰ ਫਿਰ ਮਿਲਾਂਗੇ ਜ਼ਬੂਰ 37 ਨੂੰ ਲੈ ਕੇ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਜੈ ਮਸੀਹ ਕੀ।